ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ ਆਇਆਂ ਨੂੰ ਵੈਲਕਮ ਟੂ ਦ ਸ਼ੋ। ਜਿਸ ਤਰ੍ਹਾਂ ਤੁਹਾਨੂੰ ਪਤਾ ਹੈ ਕਿ ਅੱਜ ਫਰਾਈਡੇ ਆ, ਅੱਜ ਆਪਾਂ ਇਮੀਗ੍ਰੇਸ਼ਨ ਦੀਆਂ ਗੱਲਾਂ ਕਰੀ ਦੀਆਂ ਆ ਅਤੇ ਆਲਸੋ ਆਪਾਂ ਪਿਛਲੇ ਸਾਲ ਤੋਂ ਤੁਹਾਨੂੰ ਕੋਵਿਡ ਦੀਆਂ ਵੈਕਸੀਨ ਦੀਆਂ ਅਪਡੇਟਸ ਦੇ ਰਹੇ ਹੈਗੇ ਆ ਕਿ ਕੀ ਹੋ ਰਿਹਾ ਕੀ ਨਹੀਂ ਯੂਕੇ ਦੇ ਵਿੱਚ ਅੱਜ ਕੱਲ੍ਹ ਦੇ ਦਿਨਾਂ 'ਚ, ਜੋ ਕਿ ਜਾਣਨਾ ਸਾਡੇ ਲਈ ਬਹੁਤ ਜ਼ਰੂਰੀ ਹੈਗਾ ਆ। ਕੁਛ ਹੋਰ ਮੈਸੇजेस ਵੀ ਲੈ ਕੇ ਆ ਰਹੇ ਹਾਂ ਤੁਹਾਡੇ ਲਈ। ਅੱਜ ਗੱਲ ਕਰੂੰਗਾ ਪਹਿਲੇ ਹਿੱਸੇ ਦੇ ਸ਼ੋਅ ਦੇ ਵਿੱਚ ਆਪਾਂ ਗੱਲ ਕਰਾਂਗੇ ਕੋਵਿਡ ਦੀ, ਫਿਰ ਅਖੀਰਲੇ ਹਿੱਸੇ ਦੇ ਸ਼ੋਅ ਦੇ ਵਿੱਚ ਆਪਾਂ ਗੱਲ ਕਰਾਂਗੇ ਵਰਕ ਪਰਮਿਟਸ ਦੀ ਅਤੇ ਸਟੂਡੈਂਟਸ ਦੀ। ਜਿੱਦਾਂ ਮੈਂ ਪਿਛਲੇ ਹਫ਼ਤੇ ਵੀਡੀਓ ਦੱਸੀ ਸੀ, ਤੁਸੀਂ ਟਿਕਟੋਕ 'ਤੇ ਵੀਡੀਓ ਦੇਖੀ ਹੋਣੀ ਆ ਕਿ ਕੀ ਰੂਲਸ ਹੈ ਜਾਂ ਨਹੀਂ, ਅਤੇ ਉਹਦੇ ਬਾਰੇ ਗੱਲ ਕਰਾਂਗੇ। ਕਰੋਨਾ ਦਾ ਕੀ ਜੀ ਇਸ ਵੇਲੇ ਸਿਚੁਏਸ਼ਨ ਹੈ। ਕਰੋਨਾ ਦਾ ਇਹ ਹੈ ਜੀ ਕਿ 11 ਮਿਲੀਅਨ ਲੋਕ, ਮਤਲਬ 110 ਲੱਖ ਲੋਕਾਂ ਨੂੰ ਉਹਨਾਂ ਨੂੰ ਵੈਕਸੀਨ ਮਿਲ ਚੁੱਕਾ ਆ, ਪਹਿਲਾ ਜੋ ਡੋਜ਼ ਹੈਗਾ ਆ। ਸੋ ਉਹਦੇ ਵਿੱਚ ਇਹਨਾਂ ਨੇ ਇਹ ਵੈਕਸੀਨੇਟ ਕਰ ਚੁੱਕੇ ਆ ਜੀ 11 ਮਿਲੀਅਨ ਪੀਪਲ ਹੈਵ ਬੀਨ ਵੈਕਸੀਨੇਟਡ। ਮੇਰਾ ਵੀ ਕੱਲ੍ਹ ਨੂੰ ਲੱਗਣਾ ਟੀਕਾ। ਮੈਂ ਕਿਹਾ ਮੈਂ ਦੱਸ ਦੇਵਾਂ ਸਾਰਿਆਂ ਨੂੰ ਕਿ ਲੋਕ ਪੁੱਛਦੇ ਹਜਾਬ ਤੇਰਾ ਲੱਗ ਗਿਆ, ਮੇਰਾ ਕੱਲ੍ਹ ਨੂੰ ਲੱਗਣਾ ਜੀ। ਸੋ ਵਧਾਈਆਂ ਮੈਨੂੰ। ਜਿਹੜੇ ਦੂਜੇ ਡੋਜ਼ ਆ, ਦੂਜੇ ਟੀਕੇ ਲੱਗਦੇ ਕਿ ਉਹਦੇ 'ਚ 2 ਲੱਗਦੇ ਆ, ਉਹ 5 ਲੱਖ ਲੋਕਾਂ ਨੂੰ ਲੱਗ ਚੁੱਕੇ ਆ ਸੋ ਫਾਰ। ਕੋਵਿਡ ਦਾ ਕੀ ਸਿਚੁਏਸ਼ਨ ਹੈ ਜੀ ਇਹਦੇ ਅੱਜ ਕੱਲ੍ਹ ਦੇ ਵਿੱਚ? ਰੇਟ ਥੋੜ੍ਹਾ ਜਿਹਾ ਗਿਰ ਰਿਹਾ ਆ, ਪਰ ਫਿਰ ਵੀ ਅੱਜ 1014 ਲੋਕ ਪੂਰੇ ਹੋ ਚੁੱਕੇ ਕਰੋਨਾ ਵਾਇਰਸ ਤੋਂ ਯੂਕੇ ਦੇ ਵਿੱਚ। ਕੱਲ੍ਹ 915 ਸੀਗੇ। ਸੋ ਰੇਟ ਮੌਤਾਂ ਦਾ ਉਸ ਹਿਸਾਬ ਨਾਲ ਹੀ ਚੱਲ ਰਿਹਾ ਹੈਗਾ। ਸੋ ਦ ਰੇਟ ਇਜ਼ ਸਟਿਲ ਅਬਾਊਟ 1000 ਪੀਪਲ ਡਾਇੰਗ ਅ ਡੇ। ਇਹਨਾਂ ਨੂੰ ਪੁੱਛਿਆ ਗਿਆ ਜੀ ਕਿ ਲੋਕਡਾਊਨ ਤੁਸੀਂ ਮਾਰਚ ਵਿੱਚ ਖੋਲ੍ਹੋਗੇ ਜਾਂ ਨਹੀਂ, ਅਤੇ ਮੈਟ ਹੈਂਕੌਕ ਨੇ ਜੋ ਸਾਡਾ ਹੈਲਥ ਸੈਕਟਰੀ ਆ, ਉਹਨੇ ਕਿਹਾ ਜੀ ਹਲੇ ਕਹਿਣ ਦਾ ਬਹੁਤ ਅਰਲੀ ਹੈਗਾ ਆ, ਅਤੇ ਫਿਰ ਵੀ ਆਪਾਂ ਜੋ ਵੈਕਸੀਨ ਦਾ ਪ੍ਰੋਗਰਾਮ ਚੱਲ ਰਿਹਾ ਉਹ ਬਹੁਤ ਸਪੀਡੀ ਨਾਲ ਚੱਲ ਰਿਹਾ। ਹੁਣ ਤੁਸੀਂ ਆਪੇ ਦੇਖੋ, ਆਪਾਂ ਕੱਲ੍ਹ ਨੂੰ ਸੈਚਰਡੇ ਆ ਤਾਂ ਆਪਾਂ ਚੱਲੇ ਹਾਂ ਲਵਾਉਣ। ਸੋ ਇਹ ਬਹੁਤ ਤੇਜ਼ੀ ਬਹੁਤ ਰਫਤਾਰ ਨਾਲ ਚੱਲ ਰਿਹਾ ਹੈਗਾ ਜੀ। ਸੋ ਆਲਮੋਸਟ 11 ਮਿਲੀਅਨ ਪੀਪਲ ਕਹਿੰਦੇ ਵੈਕਸੀਨੇਟਡ ਹੋ ਚੁੱਕੇ ਆ। ਕਹਿੰਦੇ ਅੱਜ ਵੀ 31,600 ਬੰਦਾ ਹਸਪਤਾਲ 'ਚ ਪਿਆ ਕੋਵਿਡ ਕਰਕੇ। ਸੋ 31,000 ਬਹੁਤ ਲੋਕ ਹੁੰਦੇ ਆ ਆਈ ਮੀਨ ਹਸਪਿਟਲ। So as we're speaking right now, 31,670 people with COVID are in hospital. So that's way too much. ਉਹ ਕਹਿੰਦੇ ਸੋ ਇਹ ਦੇਖੋਗੇ ਕਿ ਲੋਕਡਾਊਨ ਖੋਲੂਗੇ ਜਾਂ ਨਹੀਂ ਖੋਲੂਗੇ ਮਾਰਚ ਦੇ ਵਿੱਚ। NHS ਪ੍ਰੈਸ਼ਰ ਥੱਲੇ ਹਲੇ ਹੈਗਾ ਆ, ਲੇਕਿਨ ਅਡਲਟਾਂ ਦੇ ਵਿੱਚੋਂ 5 ਚੋਂ 1 ਨੂੰ ਹੁਣ ਵੈਕਸੀਨ ਲੱਗ ਚੁੱਕਾ ਆ। ਅਤੇ ਵੈਕਸੀਨ ਦੇ ਹੈਗੇ ਤਰ੍ਹਾਂ ਦੇ ਵੈਕਸੀਨ ਹੈਗੇ ਆ। ਮੇਨ ਜੋ ਚੱਲ ਰਹੇ ਆ, ਮੇਨ ਤਾਂ 2 ਵੈਕਸੀਨ ਜੋ ਹੈਗੇ ਆ ਇਸ ਵੇਲੇ ਚੱਲ ਰਿਹਾ ਕਿ ਫਾਈਜ਼ਰ ਵਾਲਾ ਤਾਂ ਆਕਸਫੋਰਡ ਵਾਲਾ ਜੋ ਐਸਟਰਾਜ਼ੈਨੇਕਾ ਵਾਲਾ ਹੈਗਾ। ਇਹਨਾਂ ਦੀ ਇਹ ਸੋਚਿਆ ਕਿ 15 ਫਰਵਰੀ ਤੱਕ ਆਪਾਂ 15 ਮਿਲੀਅਨ ਲੋਕਾਂ ਨੂੰ ਵੈਕਸੀਨੇਟ ਕਰ ਜਾਣਾ ਹੈ, ਔਰ ਮਈ ਤੱਕ ਜਿੰਨੇ ਵੀ ਲੋਕ 50 ਤੋਂ ਉੱਤੇ ਆ ਆਪਾਂ ਸਾਰੇ ਵੈਕਸੀਨੇਟ ਇਹਨਾਂ ਨੇ ਕਰ ਦੇਣੇ ਆ। ਸੋ ਇਹ ਇਹਨਾਂ ਦੀ ਜੋ ਹੈਗੀ ਆ ਟਾਰਗੇਟ ਹੈਗੀ ਆ। ਇਹ ਸੌਖਾ ਨਹੀਂ, ਬਿਕੋਜ਼ ਇਹ ਜੋ ਕਰੋਨਾ ਦੇ, ਮੈਂ ਪਿਛਲੇ ਹਫ਼ਤੇ ਵੀ ਕਿਹਾ ਸੀ, ਢਿੜ ਬਣ ਗਏ ਆ ਇਹਦੇ। ਕਾਫੀ ਰਿਸ਼ਤੇਦਾਰ ਆਉਣ ਲੱਗੇ, ਤਾਏ ਚਾਚੇ ਦੇ ਮੁੰਡੇ ਸਟ੍ਰੇਨ, ਕੋਈ ਸਾਊਥ ਅਫਰੀਕਾ, ਇੱਕ ਕੈਂਟ ਤੋਂ, ਇੱਕ ਬ੍ਰਾਜ਼ੀਲ ਤੋਂ। ਸੋ ਇਹਦੇ ਵਿੱਚ ਉਹ ਇਹਨਾਂ ਨੇ ਦੇਖਣਾ ਹੁਣ ਜਿੱਦਾਂ ਨਵੇਂ ਇਹਨਾਂ ਦੇ ਵਰਾਇਟੀਆਂ ਆਉਂਦੇ ਆ, ਉੱਦਾਂ ਨਵੇਂ ਇਹਨਾਂ ਨੂੰ ਵੈਕਸੀਨਾਂ ਦੀ ਲੋੜ ਆ। ਪਰ ਇਹਨਾਂ ਨੇ ਕੁਛ ਟੈਸਟ ਕੀਤੇ ਆ ਅਤੇ ਉਹ ਵੈਕਸੀਨਸ ਜਿਹੜੇ ਲੱਗ ਰਹੇ ਆ ਉਹ ਕਈ ਤਰ੍ਹਾਂ ਨਾਲ ਇਫੈਕਟਿਵ ਹੱਲੇ ਵੀ ਹੈਗੇ ਆ। ਸੋ ਇਟਸ ਕੁਆਇਟ ਗੁੱਡ ਪ੍ਰੋਟੈਕਸ਼ਨ। ਸੋ ਇਹਦੇ ਵਿੱਚ ਇਹਨਾਂ ਨੇ ਇਹ ਗੁੱਡ ਨਿਊਜ਼ ਹੈਗੀ ਇੱਕ, ਕਿ ਇਹ ਨਹੀਂ ਕਿ ਹਰ ਵੱਖਰੇ ਸਟ੍ਰੇਨ ਦੇ ਵੱਖਰਾ ਟੀਕਾ ਲਾਉਣਾ ਪੈਣਾ। ਇੱਕ ਟੀਕਾ ਵਿਲ ਪ੍ਰੋਟੈਕਟ ਯੂ ਅਗੇਂਸਟ ਕੁਆਇਟ ਅ ਫਿਊ ਵੇਰੀਐਂਟਸ, ਇਹਨਾਂ ਨੇ ਕਿਹਾ। ਸੋ ਜੋ ਮੋਸਟ ਇੰਪੋਰਟੈਂਟ ਚੀਜ਼ ਹੈ ਜੀ, ਇਹਦਾ ਮਤਲਬ ਇਹ ਨਹੀਂ ਕਿ ਤੁਹਾਡੇ ਟੀਕਾ ਲੱਗ ਗਿਆ ਤਾਂ ਆਪਾਂ ਛਾਲਾਂ ਮਾਰਨ ਲੱਗ ਜਾਈਏ ਅਤੇ ਮਾਸਕ ਤੋਂ ਬਿਨਾਂ ਤੁਹਾਨੂੰ ਫਿਰਨ ਲੱਗ ਪਈਏ। ਜੋ ਐਡਵਾਈਸ ਇਹੀ ਆ, ਭਾਵੇਂ ਤੁਹਾਡੇ ਟੀਕਾ ਲੱਗ ਵੀ ਜਾਵੇ ਜੀ, ਤਾਂ ਫਿਰ ਵੀ ਅਤੇ ਤੁਹਾਨੂੰ ਜੋ ਡਿਸਟੈਂਸਿੰਗ ਆ, ਮਾਸਕ ਪਾਉਣਾ ਆ, ਇਹ ਫਿਰ ਵੀ ਜ਼ਰੂਰੀ ਆ, ਕਿਉਂਕਿ ਤੁਸੀਂ ਗਾਹਾਂ ਕਿਸੇ ਨੂੰ ਪਾਸ ਔਨ ਵੀ ਕਰ ਸਕਦੇ ਆ, ਜਾਂ ਤੁਹਾਨੂੰ ਇਹ ਹੋ ਵੀ ਸਕਦਾ ਇਹਦੇ ਵਿੱਚ ਜੋ ਹੈਗਾ ਆ, ਕੀ ਪਤਾ ਕਿਹੜੇ ਨਵੇਂ ਸਟ੍ਰੇਨਸ ਆ ਰਹੇ ਜਾਂ ਨਹੀਂ। ਸੋ ਜਦ ਤੱਕ ਗਵਰਨਮੈਂਟ ਕਹਿੰਦੀ ਨਹੀਂ, ਜਦ ਤੱਕ ਤੁਸੀਂ ਉਹਨਾਂ ਦੇ ਜੋ ਗਾਈਡਲਾਈਨਸ ਹੈਗੇ ਆ ਉਹਨਾਂ ਨਾਲ ਆਪਾਂ ਸਟਿਕ ਰਹਿਣਾ ਆ, ਅਤੇ ਮਾਸਕ ਜੋ ਹੈਗੇ ਆ ਪਾਉਣੇ ਆ। ਮਾਸਕ ਵੀ ਦਿਖਾ ਲਾਂਗੇ ਜੀ ਤੁਹਾਨੂੰ ਕਿੱਦਾਂ ਪਾਏ ਜਾਂਦੇ ਆ। ਹੁਣ ਤਾਂ ਸਾਲ ਹੋ ਗਏ ਮੈਨੂੰ ਕਹਿੰਦੇ ਨੂੰ ਕਿ ਮਾਸਕ ਕਿੱਦਾਂ ਪਾਏ ਜਾਂਦੇ, ਤੁਹਾਨੂੰ ਚੇਤਾ ਉਦਾਹਰਨ ਕਿੱਦਾਂ ਦੀ ਦਿੱਤੀ ਸੀ? ਹਾਂ, ਹੁਣ ਚੇਤਾ ਆ ਗਿਆ। ਅਜੇ ਵੀ ਲੋਕਾਂ ਨੂੰ
ਮਾਸਕ ਪਾਉਣੇ ਨਹੀਂ ਆਏ, ਕੋਈ ਗੱਲ ਨਹੀਂ, ਆਪਾਂ ਸਿਖਾ ਦਾਂਗੇ ਇਹਦੇ ਵਿੱਚ ਕੀ ਆ। ਸੋ ਦੈਟਸ ਦ ਜੋ ਹੈਗੀ ਆ ਨਿਊਜ਼ ਹੈਗੀ ਆ। ਬਹੁਤ ਡਾਕਟਰਾਂ ਨੇ ਮੇਰੇ ਨਾਲ ਮੈਨੂੰ ਮੈਸੇਜ ਭੇਜਿਆ ਅਤੇ ਉਹਨਾਂ ਦੀ ਵੀਡੀਓ ਆਪਾਂ ਲਾਵਾਂਗੇ। ਡਾਕਟਰ ਕਰਤਾਰ ਸਿੰਘ ਸਾਡੇ ਕੋਲ ਹੈਗਾ, ਡਾਕਟਰ ਓਂਕਾਰ ਸਿੰਘ ਸਹੋਤਾ ਹੈਗੇ ਆ। ਆਪਾਂ BBC ਵਾਲਿਆਂ ਨੇ ਵੀ ਸਾਨੂੰ ਸਪੈਸ਼ਲ ਅਹੁਦਾ ਦਿੱਤਾ ਕਿ ਹਰਜਾਪ ਤੁਸੀਂ ਵੀਡੀਓ ਬਣਾਓ, ਤਾਂ ਉਹਨਾਂ ਲਈ ਵੀ ਆਪਾਂ ਵੀਡੀਓ ਬਣਾਈ ਜੋ ਉਹਨਾਂ ਨੇ ਇਸ ਹਫ਼ਤੇ ਪਬਲਿਸ਼ ਕੀਤੀ ਕਰੋਨਾ ਵਾਇਰਸ 'ਤੇ। ਵੈਰੀ honored to be able to chosen by the BBC to speak in Punjabi and do a coronavirus video on that. ਫਿਲਹਾਲ ਤੁਸੀਂ ਜੀ ਡਾਕਟਰ ਦੀ ਕਲਿੱਪ ਦੇਖੋ ਕਿ ਇਹ ਕੀ ਕਹਿੰਦੇ ਆ, ਇਹਨਾਂ ਦੀ ਕੀ ਐਡਵਾਈਸ ਹੈ ਤੁਹਾਨੂੰ ਵੈਕਸੀਨੇਸ਼ਨ ਬਾਰੇ। ਸਤਿ ਸ਼੍ਰੀ ਅਕਾਲ ਜੀ, ਮੇਰਾ ਨਾਮ ਹੈ ਕਰਤਾਰ ਸਿੰਘ ਤਾਂ ਮੈਂ NHS ਦੇ ਵਿੱਚ ਡਾਕਟਰ ਹਾਂ। 1 ਸਾਲ ਹੋ ਗਿਆ ਹੁਣ ਤਾਂ ਇਸ ਕਰੋਨਾ ਵਾਇਰਸ ਨੇ ਸਤਿਆਨਾਸ਼ ਬੇੜਾ ਗਰਕ ਭੱਠਾ ਬਿਠਾਲਤਾ ਦੁਨੀਆ ਦਾ। ਕਹਿੰਦੇ ਆ ਵੀ ਜਿਹੜੀ ਕਰੋਨਾ ਵਾਇਰਸ ਆ ਉਹ ਚੀਨ ਦੇ ਵਿੱਚ ਸ਼ੁਰੂ ਹੋਈ ਸੀ ਜਾਨਵਰਾਂ ਤੋਂ, ਫਿਰ ਲੋਕਾਂ ਦੇ ਵਿੱਚ, ਬੰਦਿਆਂ ਦੇ ਵਿੱਚ ਫੈਲ ਗਈ ਆ। ਜਿਹੜੀ ਕਰੋਨਾ ਵਾਇਰਸ ਆ ਉਹ ਜ਼ਿਆਦਾਤਰ ਫੇਫੜਿਆਂ ਨੂੰ ਤਾਂ ਸਾਹ ਦਾ ਜਿਹੜਾ ਸਿਸਟਮ ਆ ਉਹਨੂੰ ਨੁਕਸਾਨ ਕਰਦੀ ਆ। ਜਿਹਨੂੰ ਮਰਜ਼ੀ ਲੱਗ ਸਕਦੀ ਆ ਕਰੋਨਾ ਵਾਇਰਸ, ਜਿਹੜੀ ਮਰਜ਼ੀ ਉਮਰ ਦੇ ਬੰਦਿਆਂ ਨੂੰ ਲੱਗ ਸਕਦੀ ਆ, ਪਰ ਜਿਹੜੇ ਜ਼ਿਆਦਾ ਉਮਰ ਦੇ ਆ ਉਹਨਾਂ ਨੂੰ ਜ਼ਿਆਦਾ ਲੱਗਦੀ ਆ ਤਾਂ ਨੁਕਸਾਨ ਵੀ ਉਹਨਾਂ ਨੂੰ ਜ਼ਿਆਦਾ ਹੁੰਦਾ ਆ। ਜਿਹੜੀਆਂ ਸਾਡੀਆਂ ਕਮਿਊਨਿਟੀਆਂ ਆ, ਏਸ਼ੀਅਨ ਕਮਿਊਨਿਟੀ, ਸਾਨੂੰ ਜ਼ਿਆਦਾ ਲੱਗਦੀ ਵੀ ਆ। ਅਸੀਂ ਹਸਪਤਾਲ ਨੂੰ ਵੀ ਜ਼ਿਆਦਾ ਦਾਖਲ ਹੁੰਦੇ ਆ ਤਾਂ ਮੌਤ ਵੀ ਜ਼ਿਆਦਾ ਸਾਡੀਆਂ ਕਮਿਊਨਿਟੀਆਂ 'ਚ ਹੋ ਰਹੀ ਆ। 3 ਵੈਕਸੀਨਾਂ ਵਰਤ ਰਹੇ ਆ ਇਸ ਮੁਲਕ ਦੇ ਵਿੱਚ, ਤਾਂ ਉਹ ਵੈਕਸੀਨਾਂ ਦੇ ਵਿੱਚ ਕੋਈ ਜੀਂਦੀ ਵਾਇਰਸ ਨਹੀਂ ਪਾਈ। ਉਸ ਵੈਕਸੀਨਾਂ ਦੇ ਵਿੱਚ ਇੱਕ ਟੋਟਾ ਪਾਇਆ ਆ ਕਰੋਨਾ ਵਾਇਰਸ ਦਾ, ਜਿਹੜਾ ਸਾਡਾ ਸਰੀਰ ਪਛਾਣ ਸਕਦਾ ਆ ਤਾਂ ਸਾਡਾ ਸਰੀਰ ਫਿਰ ਉਹਦੇ ਖਿਲਾਫ ਸੈੱਲ ਬਣਾ ਦਿੰਦਾ ਆ ਲੜਨ ਲਈ, ਉਹਨੂੰ ਤਬਾਹ ਕਰਨ ਲਈ। ਤਾਂ ਤੁਸੀਂ ਏਦਾਂ ਸੋਚ ਲਓ, ਆਹ ਮਜ਼ਾਲ ਲੈ ਲਓ ਵੀ ਤੁਸੀਂ ਕਹਿ ਲਓ ਇੱਕ ਗੱਡੀ ਆ, ਉਹਦਾ ਪੁਰਜਾ, ਇੱਕ ਪੜੂਆ ਤੁਸੀਂ ਕਿਸੇ ਨੂੰ ਦੇ ਦਿੰਦੇ ਆ, ਉਹ ਬੰਦਾ ਕਹਿ ਸਕਦਾ, ਤੁਹਾਨੂੰ ਦੱਸ ਸਕਦਾ ਵੀ ਇਹ ਪੜੂਆ ਜਿਹੜਾ ਆ ਇਹ ਗੱਡੀ ਤੋਂ ਆਇਆ। ਤੁਸੀਂ ਪਛਾਣ ਸਕਦੇ ਵੀ ਇਹ ਗੱਡੀ ਦਾ ਪੜੂਆ ਆ, ਪਰ ਤੁਸੀਂ ਉਹ ਪੜੂਏ ਦੇ ਵਿੱਚ ਬਹਿ ਨਹੀਂ ਸਕਦੇ, ਉਹ 'ਚ ਸਫ਼ਰ ਨਹੀਂ ਕਰ ਸਕਦੇ, ਉਹਨੂੰ ਚਲਾ ਨਹੀਂ ਸਕਦੇ ਕਿਉਂਕਿ ਉਹ ਗੱਡੀ ਨਹੀਂ ਹੈਗੀ। ਐਦੀ ਕਰੋਨਾ ਵਾਇਰਸ ਦੀ ਵੈਕਸੀਨ ਆ, ਉਹ ਟੋਟਾ ਆ ਕਰੋਨਾ ਵਾਇਰਸ ਦਾ ਵੈਕਸੀਨ ਦੇ ਵਿੱਚ ਪਾਇਆ। ਉਹ ਬਿਮਾਰੀ ਨਹੀਂ ਤੁਹਾਨੂੰ ਲੱਗ ਸਕਦੀ ਉਸ ਵੈਕਸੀਨ ਤੋਂ। ਹੁਣ ਜਿਹੜੀਆਂ ਵੈਕਸੀਨਾਂ ਇਸ ਮੁਲਕ ਦੇ ਵਿੱਚ ਵਰਤ ਰਹੇ ਆ, ਪਹਿਲਾਂ ਉਹਨਾਂ ਨੇ ਜਾਨਵਰਾਂ ਤੇ ਟੈਸਟ ਕੀਤੀਆਂ, ਫਿਰ ਉਹਨਾਂ ਨੇ ਜਿਹੜੀ ਫਾਈਜ਼ਰ ਵੈਕਸੀਨ ਆ 40,000 ਬੰਦਿਆਂ ਤੇ ਟੈਸਟ ਕੀਤੀ ਆ ਖੋਜ ਦੇ ਵਿੱਚ, ਤਾਂ ਉਹ ਬੰਦਿਆਂ ਨੂੰ ਹਸਪਤਾਲਾਂ 'ਚ ਵੀ ਨਹੀਂ ਦਾਖਲ ਕੀਤਾ, ਨਾ ਉਹਨਾਂ 'ਚੋਂ ਕੋਈ ਮਰਿਆ ਕਰੋਨਾ ਵਾਇਰਸ ਤੋਂ। ਇਸ ਮੁਲਕ ਦੇ ਵਿੱਚ 5-6 ਹਫ਼ਤਿਆਂ ਦੇ ਵਿੱਚ 5 ਮਿਲੀਅਨ ਜਾਂ 5 ਕਰੋੜ ਬੰਦਿਆਂ ਦੇ ਵੈਕਸੀਨ ਲੱਗ ਚੁੱਕੀ ਹੈ, ਤਾਂ ਕੋਈ ਨੁਕਸਾਨ ਨਹੀਂ ਹੋਇਆ ਹੈ ਬੰਦਿਆਂ ਨੂੰ। ਕਈ ਲੋਕ ਕਹਿੰਦੇ ਆ ਵੀ ਇਹ ਜ਼ਿਆਦਾ ਛੇਤੀ ਬਣਾਈ ਆ ਵੈਕਸੀਨ, ਸੋਚ ਸਮਝ ਕੇ ਵੀ ਬਣਾਈ ਆ ਕੋਈ, ਕਿ ਜਾਂ ਹੇਰਾਫੇਰੀ ਕੀਤੀ ਆ, ਇੰਨੀ ਛੇਤੀ ਕਿੱਦਾਂ ਬਣ ਜਾਂਦੀ ਆ ਵੈਕਸੀਨ, ਜਾਂ ਹੋਰ ਦਵਾਈਆਂ ਨੂੰ ਤਾਂ ਵੈਕਸੀਨਾਂ ਨੂੰ ਕਾਫੀ ਸਾਲ ਲੱਗ ਜਾਂਦੇ ਆ। ਪਰ ਤੁਹਾਨੂੰ ਇਹ ਗੱਲ ਸਮਝਣੀ ਪੈਂਦੀ ਹੈ ਵੀ ਤਰੱਕੀ ਹੁੰਦੀ ਆ, ਤਰੱਕੀ ਸਹੂਲਤ ਦੇ ਨਾਲ ਤਾਂ ਪੈਸੇ ਦੇ ਨਾਲ ਤਾਂ ਮਦਦ ਦੇ ਨਾਲ ਤਰੱਕੀ ਹੁੰਦੀ ਆ। ਤਾਂ ਇਸ ਕਰੋਨਾ ਵਾਇਰਸ ਨੇ ਪੱਠਾ ਬਿਠਾਲਤਾ ਦੁਨੀਆ ਦਾ। ਸੋ ਬਹੁਤ ਸਾਰੀਆਂ ਕੰਪਨੀਆਂ ਰੇਸ ਲੱਗੀ ਹੋਆ ਵੈਕਸੀਨ ਲੱਭਣ ਲਈ, ਤਾਂ ਸਰਕਾਰੀ ਗਵਰਨਮੈਂਟਾਂ ਜਿਹੜੀਆਂ ਉਹਨਾਂ ਨੇ ਵੀ ਬਹੁਤ ਸਹੂਲਤ ਤਾਂ ਮਦਦ ਕੀਤੀ ਹੈ ਕੰਪਨੀਆਂ ਦੀ। ਤਾਂ ਜਿਹੜੀਆਂ ਕੰਪਨੀਆਂ ਉਹਨਾਂ ਨੇ ਟੌਪ ਦੇ ਡਾਕਟਰ, ਐਕਸਪਰਟ, ਪ੍ਰੋਫੈਸਰ, ਸਾਇੰਟਿਸਟ, ਉਹ ਸਾਰੇ ਹੀ ਬਹੁਤ ਧਿਆਨ ਦੇ ਨਾਲ ਤਾਂ ਬਹੁਤ ਸੋਚ ਸਮਝ ਕੇ ਇਸ ਵੈਕਸੀਨ ਬਣਾਈ ਆ ਛੇਤੀ। ਮੈਂ ਲਵਾ ਚੁੱਕਾ ਹਾਂ 2 ਟੀਕੇ ਵੈਕਸੀਨ ਦੇ, ਤਾਂ ਮੈਂ ਖੱਬੇ ਮੋਢੇ ਦੇ ਵਿੱਚ ਲਵਾਈ ਸੀ। ਥੋੜਾ ਜਿਹਾ ਭਾਰ ਮਾਲੂਮ ਹੁੰਦਾ, ਥੋੜਾ ਜਿਹਾ ਦਰਦ ਮਾਲੂਮ ਹੁੰਦਾ 1-2 ਦਿਨਾਂ ਲਈ, ਪਰ ਉਹ ਤੋਂ ਬਾਅਦ ਐਨ ਠੀਕ ਆ। ਵੱਧ ਤੋਂ ਵੱਧ ਕੀ ਲੋਕਾਂ ਨੂੰ ਏਦਾਂ ਲੱਗਦਾ ਵੀ ਜਿੱਦਾਂ ਫਲੂ ਹੋਣ ਵਾਲਾ ਹੁੰਦਾ, ਪਰ ਕੋਈ ਨੁਕਸਾਨ ਨਹੀਂ ਇਹਦਾ। 1-2 ਦਿਨਾਂ ਬਾਅਦ ਉਹ ਸਿੰਪਟਮ ਜਿਹੜੇ ਸਾਈਡ ਇਫੈਕਟ ਜਿਹੜੇ ਐਨ ਠੀਕ ਹੋ ਜਾਂਦੇ ਆ। ਮੇਰੇ ਬਜ਼ੁਰਗ ਵੀ ਲਾ ਚੁੱਕੇ ਆ ਇਸ ਵੈਕਸੀਨ ਟੀਕਾ, ਤਾਂ ਐਨ ਠੀਕ ਆ। ਜੇ ਮੈਂ ਆਪ ਨਾ ਲਾਈ ਹੁੰਦੀ ਇਹ ਵੈਕਸੀਨ, ਮੈਂ ਤੁਹਾਨੂੰ ਨਾ ਕਹਾਂ ਵੀ ਤੁਸੀਂ ਲਵਾਓ, ਪਰ ਮੈਂ ਤਾਂ ਬਚ ਗਿਆ ਕਰੋਨਾ ਵਾਇਰਸ ਤੋਂ, ਤਾਂ ਮੈਂ ਚਾਹੁੰਦਾ ਵੀ ਤੁਸੀਂ ਵੀ ਆਪਣੇ ਆਪ ਨੂੰ ਤਾਂ ਆਪਣੇ ਪਰਿਵਾਰਾਂ ਨੂੰ ਬਚਾਓ। ਜਾਂ ਤੁਸੀਂ ਏਦਾਂ ਸਮਝ ਲਓ, ਤੁਸੀਂ ਸਾਰੇ ਮੇਰੇ ਸਕੇ ਭੈਣ ਭਰਾ ਆ, ਤਾਂ ਮੈਂ ਨਾ ਕੁਛ ਲਵਾਇਆ ਹੋਵੇ ਜਾਂ ਮੈਂ ਨਾ ਯਕੀਨ ਕਰਾਂ ਇਹ ਵਾਇਰਸ ਦੀ ਵੈਕਸੀਨ ਦੇ ਵਿੱਚ, ਤਾਂ ਮੈਂ ਤੁਹਾਨੂੰ ਨਾ ਪੁੱਛਾਂ, ਪਰ ਮੈਂ ਲਵਾ ਚੁੱਕਾ ਹਾਂ। ਤਾਂ ਤੁਸੀਂ ਵੀ ਇਹ ਫਾਇਦੇਮੰਦ ਤਾਂ ਅਸਰਦਾਰ ਵੈਕਸੀਨ ਲਵਾਓ।
ਤਾਂ ਕਈ ਬੇਵਕੂਫ ਸਦਾਈ ਮੂਰਖ ਲੋਕ ਇਸ ਵੈਕਸੀਨ ਬਾਰੇ ਝੂਠ ਤਾਂ ਗਲਤ ਫਹਿਮੀਆਂ ਫੈਲਾ ਰਹੇ ਆ, ਤਾਂ ਗਲਤ ਪ੍ਰਚਾਰ ਕਰ ਰਹੇ ਆ। ਤਾਂ ਉਹਨਾਂ ਨੇ ਊੜਾ ਐੜਾ ਪੜਿਆ ਨਹੀਂ ਹੁੰਦਾ, ਕਦੀ ਦਰਵਾਜ਼ਾ ਸਕੂਲ ਦਾ ਕਦੀ ਦੇਖਿਆ ਨਹੀਂ ਹੁੰਦਾ, ਇਲ ਕੁੱਕੜ ਨਹੀਂ ਆਉਂਦਾ ਉਹਨਾਂ ਨੂੰ, ਪਰ ਇਹ ਸੋਚਦੇ ਆ ਵੀ ਪ੍ਰੋਫੈਸਰ ਬਣੇ ਹੋ ਆ ਇਸ ਵੈਕਸੀਨ ਦੇ ਬਾਰੇ। ਪਰ ਤੁਸੀਂ ਇਹ ਸੋਚ ਸਮਝ ਕੇ ਸੁਣੋ ਗੱਲ, ਜਿਹੜੇ ਡਾਕਟਰ ਆ ਮੇਰੇ ਵਰਗੇ ਜਾਂ ਪ੍ਰੋਫੈਸਰ ਆ ਜਾਂ ਐਕਸਪਰਟ ਜਾਂ ਸਾਇੰਟਿਸਟ ਆ, ਉਹਨਾਂ ਦੀ ਗੱਲ ਤੁਸੀਂ ਸੁਣੋ, ਜਿਹੜੇ ਬੜੇ ਬੜੇ ਉਸਤਾਦ ਆ, ਕਿਉਂਕਿ ਉਹਨਾਂ ਨੇ ਪੜ੍ਹਾਈ ਕੀਤੀ ਆ, ਡਾਕਟਰੀ ਕੀਤੀ ਆ, ਉਹਨਾਂ ਨੂੰ ਪਤਾ ਹੈ ਇਸ ਚੀਜ਼ਾਂ ਬਾਰੇ। ਕਈ ਲੋਕ ਕਹਿ ਰਹੇ ਆ ਵੀ ਸ਼ਰਾਬ ਘੋਲੀ ਆ ਇਹਦੇ ਵਿੱਚ, ਜਾਂ ਜਾਨਵਰਾਂ ਦਾ ਮਾਸ ਖੂਨ ਜਾਂ ਹੱਡੀਆਂ ਚੂਰ ਕੇ ਪਾਈਆਂ ਆ, ਮਾਈਕਰੋਚਿਪ ਪਾਏ ਆ, ਟੈਕਨੋਲੋਜੀ ਪਾਈ ਆ ਤੁਹਾਡੀ ਤਲਾਸ਼ ਰੱਖਣ ਲਈ। ਇਹ ਸਾਰੀਆਂ ਗਲਤ ਚੀਜ਼ਾਂ, ਕੋਈ ਸਬੂਤ ਨਹੀਂ ਇਹਦੇ ਪਿੱਛੇ। ਕੀ ਕਹਿ ਰਹੇ ਆ ਵੀ ਇਹ ਵੈਕਸੀਨ ਲਾ ਕੇ ਮਗਰੋਂ ਬੱਚੇ ਨਹੀਂ ਜੰਮਣੇ, ਇਹ ਵੀ ਗਲਤ ਆ ਗੱਲ। ਸੋ ਮੈਂ ਕਹਿੰਦਾ ਵੀ ਤੁਸੀਂ ਇਹ ਵੈਕਸੀਨ ਲਵਾਓ। ਜੇ ਤੁਹਾਨੂੰ ਵਹਿਮ ਆ ਕੋਈ, ਜਾਂ ਤੁਹਾਡੇ ਕੋਲ ਕੋਈ ਸਵਾਲ ਆ, ਤੁਸੀਂ ਡਾਕਟਰ ਨੂੰ ਪੁੱਛੋ। ਜਿਹੜੀ ਵਹਿਮ ਆ, ਜਿਹੜਾ ਡਰ ਆ, ਇਹ ਝੂਠ ਸੁਣ ਕੇ ਤੁਹਾਡੇ ਜਾਂ ਦਿਮਾਗ ਦੇ ਵਿੱਚ ਵਹਿਮ ਜਾਂ ਇਹ ਗਲਤ ਫਹਿਮੀ ਜਿਹੜੀ ਫੈਲ ਜਾਂਦੀ ਆ, ਜਾਂ ਇਹ ਡਰ ਲੱਗ ਜਾਂਦਾ ਆ। ਗੱਲ ਇਹ ਆ, ਜਿਹੜਾ ਡਰ ਆ ਜਾਂ ਗਲਤ ਫਹਿਮੀ ਆ, ਇਹਦੇ ਖਿਲਾਫ ਕੋਈ ਵੈਕਸੀਨ ਨਹੀਂ। ਇਹ ਗਲਤ ਗੱਲ ਤੋਂ ਝੂਠ ਸੁਣ ਕੇ ਜਿਹੜੀ ਇਹ ਡਰ ਤਾਂ ਵਹਿਮ ਪੈ ਜਾਂਦਾ ਆ, ਇਹਦੇ ਬਰਾਬਰ ਦੀ ਕੋਈ ਬਿਮਾਰੀ ਨਹੀਂ ਹੈਗੀ। ਸੋ ਪਹਿਲਾਂ ਮੈਂ ਤੁਹਾਨੂੰ ਦੱਸਦਾ ਵੀ ਸਾਡੇ ਕਮਿਊਨਿਟੀ ਦੇ ਵਿੱਚ ਇੱਕ ਭੈੜ ਹੈਗਾ ਆ, ਐਂਡ ਉਹ ਆ, ਅਸੀਂ ਗੱਲਾਂ ਬਹੁਤ ਕਰਦੇ ਆ। ਤਾਂ ਇੱਕ ਸੁਨੇਹਾ ਇੱਕ ਬੰਦੇ ਤੋਂ ਸ਼ੁਰੂ ਹੁੰਦਾ ਆ, ਸੁਨੇਹਾ ਕਣਕ ਦਾ ਹੁੰਦਾ ਆ, ਜਾਂ 125 ਬੰਦਿਆਂ ਦੇ ਵਿੱਚ ਦੀ ਲੰਘ ਜਾਂਦਾ ਆ, ਜਾਂ ਫਿਰ ਇੱਕ ਬੰਦੇ ਨੂੰ ਪਹੁੰਚ ਜਾਂਦਾ ਆ ਅਖੀਰ ਦੇ ਵਿੱਚ। ਉਹ ਸੁਨੇਹਾ ਕਣਕ ਦਾ ਜਦ ਤੱਕ ਪਹੁੰਚਦਾ ਆ ਉਹ ਬੰਦੇ ਨੂੰ, ਉਹ ਸੁਨੇਹਾ ਕਣਕ ਦਾ ਛੋਲੇ ਬਣੇ ਹੁੰਦੇ ਆ ਉਹ ਕਣਕ ਦੇ। ਸੋ ਤੁਸੀਂ ਜਾਂ ਸੁਣਦੇ ਆ ਕਿਸ ਦੀ ਗੱਲ, ਸੋਚ ਸਮਝ ਕੇ ਸੁਣੋ। ਤਾਂ ਕਈ ਲੋਕ ਕਹਿ ਰਹੇ ਆ ਵੀ ਇਹ ਵਾਇਰਸ ਕਰੋਨਾ ਵਾਇਰਸ ਹੈ ਨਹੀਂ। ਤੁਸੀਂ ਮੇਰੇ ਨਾਲ ਇੱਕ ਦਿਨ ਕੰਮ ਕਰਕੇ ਦੇਖੋ, ਜਾਂ ਤੁਸੀਂ ਇੰਟੈਂਸਿਵ ਕੇਅਰ ਦੇ ਵਿੱਚ ਜਾ ਕੇ ਕੰਮ ਕਰੋ ਹਸਪਤਾਲ ਦੇ ਵਿੱਚ, ਤੁਸੀਂ ਆਪ ਹੀ ਵਿਸ਼ਵਾਸ ਕਰਨ ਲੱਪਣਾ, ਜਾਂ ਤੁਹਾਨੂੰ ਦਿਸ ਪਣੇ ਆ ਬੰਦੇ ਜਿਨ੍ਹਾਂ ਦਾ ਸਾਹ ਰੁਕ ਕੇ ਤੜਫ ਕੇ ਮਰ ਰਹੇ ਆ ਕਰੋਨਾ ਵਾਇਰਸ ਤੋਂ। ਇਹ ਲੋਕ ਜਿਹੜਾ ਝੂਠ ਪ੍ਰਚਾਰ ਕਰ ਰਹੇ ਆ ਵਾਇਰਸ ਬਾਰੇ, ਇਹ ਸ਼ੁਗਰ ਲਈ ਤਾਂ ਤਮਾਸ਼ੇ ਲਈ ਕਰਦੇ ਆ। ਪਰ ਜਦ ਤੁਸੀਂ ਇੱਕ ਵਾਰੀ ਮੇਰੇ ਮੰਗਰ ਤੁਸੀਂ ਜਾਂ ਮੌਤ ਦੇਖ ਲਓ ਜਾਂ ਹੁੰਦੀ ਹੈ ਕਰੋਨਾ ਵਾਇਰਸ ਕਰਕੇ, ਇਹ ਕੋਈ ਸ਼ੁਗਰ ਨਹੀਂ, ਹੱਸਣ ਵਾਲੀ ਗੱਲ ਨਹੀਂ, ਤਾਂ ਇਹ ਤਮਾਸ਼ਾ ਨਹੀਂ ਹੈਗਾ, ਇਹ ਮਜ਼ਾਕ ਨਹੀਂ ਹੈਗਾ। ਸੋ ਜਦ ਤੁਹਾਡੇ ਕੋਲ ਕੋਈ ਸਵਾਲ ਹੈਗੇ, ਆਪਣੇ ਡਾਕਟਰ ਨੂੰ ਦੇਖੋ। ਤਾਂ ਤੁਸੀਂ ਸੁਣਿਆ ਹੋਊਗਾ ਵੀ ਇਹ ਕਰੋਨਾ ਵਾਇਰਸ ਤੇ ਤਰ੍ਹਾਂ ਦੀ ਇਹ ਬਣ ਰਹੀ ਆ ਕਰੋਨਾ ਵਾਇਰਸ। ਜਿੱਦਾਂ ਤੁਸੀਂ ਸੋਚ ਸਕਦੇ ਵੀ ਚਾਚੇ ਤਾਏ ਦੇ ਮੁੰਡੇ ਕਰੋਨਾ ਵਾਇਰਸ ਦੇ ਫੈਲ ਰਹੇ ਆ ਬ੍ਰਾਜ਼ੀਲ ਦੇ ਵਿੱਚ, ਸਾਊਥ ਅਫਰੀਕਾ ਦੇ ਵਿੱਚ, ਪਰ ਇੱਕ ਮਾਸੀ ਦਾ ਮੁੰਡਾ ਇਸ ਮੁਲਕ ਦੇ ਵਿੱਚ UK ਦੇ ਵਿੱਚ ਵੀ ਆਇਆ ਆ, ਤਾਂ ਉਹਦੇ ਨਾਲ ਕਾਫੀ ਜ਼ਿਆਦਾ ਬਿਮਾਰੀ ਫੈਲ ਸਕਦੀ ਹੈ ਐਂਡ ਜ਼ਿਆਦਾ ਖਤਰਨਾਕ ਹੈ ਪਹਿਲੀ ਕਰੋਨਾ ਵਾਇਰਸ ਨਾਲੋਂ। ਸੋ ਭਾਵੇਂ ਤੁਹਾਡੇ ਟੀਕਾ ਵੀ ਲੱਗ ਰਿਹਾ, ਏਦਾਂ ਨਾ ਸੋਚਿਆ ਵੀ ਤੁਸੀਂ ਹੁਣ ਜਲੂਸ ਕੱਢ ਸਕਦੇ ਆ ਫੁੱਟਪਾਥ ਤੇ ਜਾਂ ਨਹਿਰੇ ਲਾ ਸਕਦੇ ਆ, ਨਹੀਂ, ਹਲੇ ਵੀ ਪਰਹੇਜ਼ ਰੱਖੋ, ਸੋਚ ਸਮਝ ਕੇ ਬਚ ਕੇ ਰਹੋ, ਮਾਸਕ ਪਾਓ, ਹੱਥ ਧੋ, ਅਲੱਗ ਰਹੋ ਹੋਰ ਲੋਕਾਂ ਤੋਂ। ਤਾਂ ਮੈਨੂੰ ਪਤਾ ਆ ਵੀ ਬਹੁਤ ਮੁਸ਼ਕਿਲ ਆ ਸਾਡੇ ਸਮਾਜਿਕ ਆਣੀਆਂ ਜਾਣੀਆਂ, ਅਲੱਗ ਰਹਿਣਾ ਹੋਰ ਲੋਕਾਂ ਤੋਂ। ਹੁਣ ਮੈਨੂੰ ਵੀ ਬਹੁਤ ਕੁੰਬਲਾਂ ਵਾਲਾ ਤਾਂ ਗੰਦਲਾਂ ਵਾਲਾ ਸਾਗ ਮੱਕੀ ਦੀ ਰੋਟੀ ਨਾਲ ਚੇਤੇ ਆਉਂਦਾ ਆ, ਮੈਨੂੰ ਬੇਬੇ ਦੀ ਜੱਫੀ ਚੇਤੇ ਆਉਂਦੀ ਆ, ਪਰ ਮੈਂ ਉਹਨਾਂ ਨੂੰ ਦੇਖ ਨਹੀਂ ਸਕਦਾ ਕਿਉਂਕਿ ਮੇਰੀ ਇੱਕ ਨੌਕਰੀ ਆ ਉਹਨਾਂ ਨੂੰ ਬਚਾਉਣ ਲਈ, ਤਾਂ ਹੋਰ ਲੋਕਾਂ ਨੂੰ ਬਚਾਉਣ ਲਈ। ਸੋ ਅਸੀਂ ਰਲ ਮਿਲ ਕੇ ਇਸ ਵਾਇਰਸ ਦਾ ਅਸੀਂ ਥੱਲਾ ਲਾ ਸਕਦੇ ਹਾਂ। ਸਾਡੀ ਕੌਮ ਬਹਾਦਰ ਕੌਮ ਆ, ਬਹੁਤ ਅਸੀਂ ਤੰਗੀਆਂ ਕੱਟੀਆਂ, ਤਾਂ ਹਿੰਮਤ ਦੇ ਨਾਲ ਤਾਂ ਜਿਗਰੇ ਦੇ ਨਾਲ ਅਸੀਂ ਇਹਨੂੰ ਵੀ ਅਸੀਂ ਥੱਲਾ ਲਾ ਸਕਦੇ ਹਾਂ ਕਰੋਨਾ ਵਾਇਰਸ ਦਾ। ਤੁਸੀਂ ਬਾਹਰ ਜਾ ਕੇ ਫਿਰੋ ਤੁਰੋ, ਖੁੱਲੀ ਹਵਾ ਦੇ ਵਿੱਚ ਫੇਫੜੇ ਫੈਲਾਓ ਆਪਣੇ, ਤੁਸੀਂ ਧਾਰਮਿਕ ਗਾਣੇ ਲਾ ਲਓ, ਤੁਸੀਂ ਕੀਰਤਨ ਸੁਣੋ, ਤੁਸੀਂ ਸਮਾਰਟਫੋਨ ਦੇ ਨਾਲ ਇੰਟਰਨੈਟ ਤੇ ਤੁਸੀਂ ਆਪਣੇ ਪਰਿਵਾਰ ਨਾਲ ਗੱਲ ਕਰ ਸਕਦੇ ਆ, ਤੁਸੀਂ ਆਪਣਾ ਮਨ ਹੋਰ ਪਾਸੇ ਲਾ ਸਕਦੇ ਆ, ਪਰ ਆਣੀਆਂ ਜਾਣੀਆਂ ਐਨ ਘਟਾ ਦਿਓ ਤੁਸੀਂ ਪਲੀਜ਼। ਸੋ ਮੈਂ ਤੁਹਾਨੂੰ ਕਹਿੰਦਾ ਆ ਵੀ ਤੁਸੀਂ ਜਦ ਬਿਮਾਰ ਵੀ ਹੈਗੇ ਆ, ਕਰੋਨਾ ਵਾਇਰਸ ਦੇ ਬਾਵਜੂਦ NHS ਖੁੱਲੀ ਰਹੀ ਆ, ਅਸੀਂ ਹੁਣ ਵੀ ਖੁੱਲੇ ਆ। ਜੇ ਤੁਹਾਡੇ ਕੋਲ ਹੋਰ ਕੋਈ ਤਕਲੀਫ ਹੈਗੀ ਆ ਸਿਹਤ ਦੇ ਨਾਲ, ਤੁਸੀਂ ਆਪਣੇ ਡਾਕਟਰ ਨੂੰ ਫੋਨ ਕਰੋ। ਮੈਨੂੰ ਆ ਵੀ ਪਤਾ ਵੀ ਅੰਦਰ ਰਹਿ ਕੇ ਜਿਹੜੇ ਇਕੱਠੇ ਰਹਿੰਦੇ ਆ ਬੜੀਆਂ ਪਰਿਵਾਰਾਂ ਦੇ ਵਿੱਚ,
ਕਈ ਵਾਰੀ ਤੂੰ ਮੈਂ ਹੋ ਸਕਦੀ ਆ, ਝਗੜੇ ਹੋ ਸਕਦੇ ਆ, ਗੜਬੜੀਆਂ ਹੋ ਸਕਦੀਆਂ, ਪਰ ਤੁਸੀਂ ਆਪਣੀ ਆਤਮਾ ਨੂੰ ਸ਼ਾਂਤੀ ਦਿਓ, ਰਲ ਮਿਲ ਕੇ ਰਹੋ, ਪਿਆਰ ਦੇ ਨਾਲ ਰਹੋ। ਤਾਂ ਤੁਸੀਂ ਇੱਕ ਬੇਨਤੀ ਕਰੋ ਮੇਰੇ ਲਈ, ਤੁਸੀਂ ਇਹ ਵੈਕਸੀਨ ਟੀਕਾ ਲਵਾਓ, ਤੁਸੀਂ ਆਪਣੇ ਆਪ ਨੂੰ ਬਚਾਓ, ਆਪਣੇ ਬਜ਼ੁਰਗਾਂ ਨੂੰ, ਪਰਿਵਾਰ ਨੂੰ ਬਚਾਓ। ਤੁਸੀਂ NHS ਦਾ ਭਲਾ ਕਰੋ, ਤਾਂ ਸੇਵੇਦਾਰ, ਡਾਕਟਰ, ਤਾਂ ਨਰਸਾਂ ਮੇਰੇ ਵਰਗੇ ਜਿਹੜੇ ਆ, ਤੁਸੀਂ ਇਹ ਵੈਕਸੀਨ ਲਵਾ ਕੇ ਉਹਨਾਂ ਦਾ ਵੀ ਭਲਾ ਕਰੋ। ਸਤਿ ਸ੍ਰੀ ਅਕਾਲ ਜੀ। ਇਹ ਜੀ ਸੀਗੇ ਸਾਰੇ ਡਾਕਟਰ ਕਰਤਾਰ ਸਿੰਘ, ਜਿਨ੍ਹਾਂ ਨੇ ਤੁਹਾਨੂੰ ਬੜੀ ਦੇਸੀ ਸਟਾਈਲ 'ਚ, ਆਪਣੇ ਸਟਾਈਲ 'ਚ ਦੱਸਿਆ ਜੀ ਕਿ ਵੈਕਸੀਨ ਕੀ ਹੁੰਦੀ ਹੈ, ਅਤੇ ਇਸ ਵੇਲੇ ਉਹ ਹਸਪਤਾਲਾਂ 'ਚ ਕੀ ਗੁਜ਼ਰ ਰਹੀ ਹੈ ਇਹਨਾਂ 'ਤੇ, ਕੀ ਨਹੀਂ ਹੈ, ਕੀ ਦੇਖਦੇ ਡੇਲੀ ਬੇਸਿਸ 'ਤੇ, ਕੀ ਨਹੀਂ। ਆਪਾਂ ਹੁਣ ਇੱਕ ਹੋਰ ਡਾਕਟਰ ਕੋਲ ਜਾਂਦੇ ਹਾਂ, ਡਾਕਟਰ ਓਂਕਾਰ ਸਹੋਤਾ, ਜੋ ਕਿ ਲੰਡਨ ਅਸੈਂਬਲੀ ਦੇ ਵੀ ਮੈਂਬਰ ਹੈ, ਅਤੇ ਸਾਡੇ ਸਾਊਥ ਹਾਲ ਵਿੱਚ ਕਾਫੀ ਪ੍ਰੋਮੀਨੈਂਟ ਡਾਕਟਰ ਆ, ਅਤੇ ਉਹਨਾਂ ਦੀ ਵੀ ਵੀਡੀਓ ਦੇਖੋ ਕਿ ਉਹ ਕੀ ਕਹਿੰਦੇ ਆ ਜੀ। मैं डॉक्टर ओमकार सिंह सहोता, लंडन असैंबली हैल्थ कमेटी का चेयरमैन, और 30 साल तो ज़्यादा GP की प्रैक्टिस हैगी है साउथ हाल और हैनवल दे विच। इस पिछले साल दे विच मैं कई मरीज़ जिन्होंने कोविड-19 इन्फैक्शन हैगी तो उन्होंने परिवारों नूं देखा हैगा। कई लोग कहते हैं कि जो आह वायरस हैगा सच नहीं, तो एवें हवा उड़ाई जाती हैगी है। मैं कई इस तरह की गल्लां सुनिया हैगियां WhatsApp ਤੇ Facebook ਤੇ। ਇਹ ਸਾਰੀਆਂ ਹਵਾਵਾਂ ਆ, ਵਾਇਰਸ ਸੱਚ ਹੈਗਾ, ਉਹ ਵਾਇਰਸ ਸਾਨੂੰ ਸਾਰਿਆਂ ਨੂੰ ਪਕੜ ਸਕਦਾ ਹੈਗਾ। ਇਸ ਬਿਮਾਰੀ ਦਾ ਕੋਈ ਇਲਾਜ ਨਹੀਂ ਹੈਗਾ ਸਾਡੇ ਕੋਲ ਇਸ ਵੇਲੇ। ਸਾਡੀ ਪੰਜਾਬੀ ਔਰ ਏਸ਼ੀਅਨ ਕਮਿਊਨਿਟੀ ਇਸ ਟੀਕੇ ਲਾਉਣ ਤੋਂ ਜ਼ਿਆਦਾ ਝਿਜਕਦੇ ਹੈਗੇ ਨੇ, ਔਰ ਅਫਸੋਸ ਦੀ ਗੱਲ ਆ ਕੀ ਆ, ਸਾਨੂੰ ਇਹਦੇ ਲਈ ਜ਼ਿਆਦਾ ਲੋੜ ਹੈਗੀ ਹੈ, ਬਿਕੋਜ਼ ਸਾਡੀ ਏਸ਼ੀਅਨ ਕਮਿਊਨਿਟੀ 'ਚ ਇਨਫੈਕਸ਼ਨ ਰੇਟਸ ਜ਼ਿਆਦਾ ਹਾਈ ਹੈਗੇ ਆ। ਆਮ ਤੌਰ 'ਤੇ 10 ਸਾਲ ਲੱਗ ਜਾਂਦੇ ਨੇ ਇੱਕ ਟੀਕਾ ਬਣਾਉਣ ਨੂੰ, ਪਰ ਗੌਰਮੈਂਟ ਨੇ ਇਸ ਵੈਕਸੀਨ ਦੀ ਪ੍ਰੋਡਕਸ਼ਨ 'ਚ ਬੜੀ ਇਨਵੈਸਟਮੈਂਟ ਕੀਤੀ ਹੈਗੀ ਆ। ਸਾਇੰਟਿਸਟਾਂ ਨੇ ਇਹਨਾਂ 'ਤੇ ਬੜੀ ਮਿਹਨਤ ਕੀਤੀ ਆ। ਇਹ ਸਾਡੀ ਬੜੀ ਖੁਸ਼ਕਿਸਮਤ ਹੈਗੀ ਆ ਕਿ ਅਸੀਂ ਇਸ ਛੋਟੇ ਟਾਈਮ ਦੇ ਵਿੱਚ ਅਸੀਂ ਇਸ ਬਿਮਾਰੀ ਦੇ ਖਿਲਾਫ ਇੱਕ ਵੈਕਸੀਨ ਬਣਾ ਸਕੇ ਹੈਗੇ ਆ। ਇਸ ਵੈਕਸੀਨ ਦੇ ਵਿੱਚ ਕੋਈ ਮੀਟ ਦੀ ਵਰਤੋਂ ਨਹੀਂ ਹੈਗੀ। ਜਿਹੜੇ ਲੋਕ ਮੀਟ ਖਾਂਦੇ ਨੇ ਜਾਂ ਨਹੀਂ ਖਾਂਦੇ, ਔਰ ਹਰ ਮਜ਼ਹਬ ਦੇ ਜਾਂ ਕਿਸੇ ਦਾ ਕੋਈ ਮਜ਼ਹਬ ਨਹੀਂ ਹੈਗਾ, ਉਹ ਸਾਰੇ ਇਸ ਟੀਕੇ ਨੂੰ ਲਵਾ ਸਕਦੇ ਹੈਗੇ ਨੇ। ਤੁਹਾਡੀ ਜਿਹੜੀ ਫਰਟੀਲਿਟੀ ਹੈਗੀ ਆ, ਜੇ ਉਹਨਾਂ ਨੂੰ ਉਹ ਕੋਈ ਇਫੈਕਟ ਨਹੀਂ ਹੁੰਦਾ। ਤੁਹਾਡੀ ਜਿਹੜੀ DNA ਹੈਗਾ ਉਹ 'ਤੇ ਵੀ ਆਹ ਕੋਈ ਅਸਰ ਨਹੀਂ ਕਰਦਾ। ਟੀਕਾ ਲਵਾਉਣਾ ਬਿਲਕੁਲ ਦਰੁਸਤ ਚੀਜ਼ ਹੈਗੀ ਆ। ਕਿਸੇ ਸਾਰਿਆਂ ਨੂੰ ਟੀਕੇ ਲੱਗ ਗਏ, ਫਿਰ ਇਹਦਾ ਮਤਲਬ ਹੋਊਗਾ ਕਿ ਅਸੀਂ ਆਪਣੇ ਪਰਿਵਾਰਾਂ ਨੂੰ ਮਿਲ ਸਕਦੇ ਹਾਂ, ਆਪਣੇ ਬੱਚਿਆਂ ਨੂੰ ਮਿਲ ਸਕਦੇ ਹਾਂ, ਦੋਸਤ ਮਿੱਤਰਾਂ ਨੂੰ ਮਿਲ ਸਕਦੇ ਹੈਗੇ ਹਾਂ। ਸੋ ਮੈਂ ਤੁਹਾਨੂੰ ਸਾਰਿਆਂ ਨੂੰ ਦਰਖਾਸਤ ਕਰਦਾ ਕਿ ਤੁਸੀਂ ਸਾਰੇ ਟੀਕੇ ਲਵਾਓ, ਆਪਣੀ ਵੀ ਹਿਫਾਜ਼ਤ ਕਰੋ, ਆਪਣੇ ਪਰਿਵਾਰ ਦੀ ਹਿਫਾਜ਼ਤ ਕਰੋ, ਅਤੇ ਆਪਣੇ ਸਮਾਜ ਦੀ ਹਿਫਾਜ਼ਤ ਕਰੋ। ਤਾਂ ਉਹ ਤੁਹਾਡਾ ਬੜਾ ਧੰਨਵਾਦ ਕਿ ਤੁਸੀਂ ਮੇਰਾ ਸੁਨੇਹਾ ਸੁਣਿਆ। ਹਾਂਜੀ ਸਰ, ਸਾਰਿਆਂ ਨੂੰ ਵੈਲਕਮ ਆ। ਇਹ ਸੀਗੇ ਸਾਡੇ ਓਂਕਾਰ ਸਹੋਤਾ ਜੀ। ਉਹ ਸਾਰੇ ਲੋਕ ਕਹਿ ਰਹੇ ਭਾਜੀ ਜਿਹੜਾ ਤੁਸੀਂ BBC ਲਈ ਵੀਡੀਓ ਬਣਾਇਆ ਉਹਦੇ ਵੀ ਦਿਖਾ ਲਓ ਸਾਨੂੰ। ਸੋ ਉਹ ਵੀ ਦਿਖਾ ਦਿੰਦੇ ਆ ਜੀ ਹੁਣ। ਤਾਂ ਫਿਰ ਬ੍ਰੇਕ ਵੱਲ ਜਾਂਦੇ ਹਾਂ, ਫਿਰ ਬ੍ਰੇਕ ਤੋਂ ਬਾਅਦ ਤੁਹਾਨੂੰ ਆ ਕੇ ਮਿਲਦਾ, ਫਿਰ ਆਪਾਂ ਗੱਲ ਕਰਾਂਗੇ ਵਰਕ ਪਰਮਿਟਸ ਦੀਆਂ, ਮਾਸਕਾਂ ਦੀਆਂ, ਤਾਂ ਹੋਰ ਕਈ ਚੀਜ਼ਾਂ ਦੀਆਂ। ਪਰ ਤੁਸੀਂ ਇਹ ਕਲਿੱਪ ਦੇਖੋ, ਫਿਰ ਮਿਲਦੇ ਹਾਂ ਬ੍ਰੇਕ ਤੋਂ ਬਾਅਦ। ਬਹੁਤ ਲੋਕ ਹੈਗੇ ਆ ਜਿਹੜੇ ਇੰਟਰਨੈਟ ਤੇ ਬੇਵਕੂਫ ਸਦਾਈ ਲੋਕ, ਜਿਹੜਾ ਜਾਣ ਬੁੱਝ ਕੇ ਨੁਕਸਾਨ ਕਰਨਾ ਚਾਹੁੰਦੇ ਆ ਲੋਕਾਂ ਦਾ। ਤੁਸੀਂ ਉਹਨਾਂ ਦੀ ਗੱਲ ਸੁਣੋਗੇ ਕਿ ਤੁਸੀਂ ਡਾਕਟਰਾਂ ਦੀ, ਸਾਇੰਟਿਸਟ ਦੀ ਗੱਲ ਸੁਣੋਗੇ? ਸਤਿ ਸ਼੍ਰੀ ਅਕਾਲ ਹਰਜਾਪ ਸਿੰਘ ਜੀ, ਹੋਰ ਕਿੱਦਾਂ ਹਾਲ ਚਾਲ ਆ? ਬਹੁਤ ਵਧੀਆ ਜੀ, ਤੁਸੀਂ ਦੱਸੋ। ਮੇਰੇ ਨਾਲ ਮੈਂ ਕਿਹਾ ਬਹੁਤ ਗੱਲਾਂ ਆਪਾਂ ਸੁਣਦੇ ਹਾਂ ਟੀਕੇ ਬਾਰੇ ਜਾਂ ਵੈਕਸੀਨ ਬਾਰੇ, ਐਂਡ ਸਾਡੀ ਜੋ ਪੰਜਾਬੀਆਂ ਦੀ ਆਦਤ ਆ, ਇਸ ਆਪਾਂ ਸਾਰਿਆਂ ਨੂੰ ਪੁੱਛ ਲਈਦਾ ਕਿਸੇ ਚੀਜ਼ ਬਾਰੇ ਐਕਸੈਪਟ ਦ ਐਕਸਪਰਟਸ। ਸੋ ਮੈਂ ਸੋਚਿਆ ਆਪਾਂ ਡਾਕਟਰ ਸਾਹਿਬ ਨੂੰ ਪੁੱਛਦੇ ਆ, ਡਾਕਟਰ ਕਰਤਾਰ ਸਿੰਘ ਨੂੰ, ਕਿ ਵੀ ਇਹ ਟੀਕੇ ਬਾਰੇ ਤੁਸੀਂ ਸਾਨੂੰ ਦੱਸੋ ਜੀ ਕਿ ਇਹਦੇ ਕੀ ਫਾਇਦੇ ਆ, ਇਹਦੇ ਸਾਈਡ ਇਫੈਕਟ ਆ, ਤੇ ਕਿੰਨੀ ਵੈਕਸੀਨ ਆ? ਇਹ ਨਾ ਜੀ ਟੀਕਾ ਜਿਹੜਾ ਆ ਬਹੁਤ ਅਸਰਦਾਰ ਆ, ਤਾਂ ਬਹੁਤ ਫਾਇਦੇਮੰਦ ਆ। ਤਾਂ ਵੱਧ ਤੋਂ ਵੱਧ ਜਦ ਤੁਸੀਂ ਟੀਕਾ ਲਵਾਓਗੇ ਮੋਢੇ ਦੇ ਵਿੱਚ, ਇਹਦੇ ਨਾਲ ਵੱਧ ਤੋਂ ਵੱਧ ਥੋੜਾ ਜਿਹਾ ਲਾਲ ਹੋ ਸਕਦੀ ਹੈ ਚਮੜੀ, ਕਈ ਵਾਰੀ ਭਾਰ ਜਿਹਾ ਲੱਗ ਸਕਦਾ ਮੋਢੇ ਦੇ ਵਿੱਚ ਜਾਂ ਬਾਹਾਂ ਦੇ ਵਿੱਚ, ਐਂਡ ਵੱਧ ਤੋਂ ਵੱਧ
1-2 ਦਿਨਾਂ ਲਈ ਏਦਾਂ ਲੱਗਣਾ ਵੀ ਜਿੱਦਾਂ ਫਲੂ ਜਿਹਾ ਹੋਣ ਲੱਗਾ, ਪਰ ਉਹ ਐਨ ਠੀਕ ਹੋ ਜਾਂਦਾ ਆ। ਤਾਂ ਇਹਦਾ ਕੋਈ ਖਾਸ ਨੁਕਸਾਨ ਨਹੀਂ ਹੈਗਾ। ਮੈਂ ਲਵਾ ਚੁੱਕਾ ਟੀਕੇ, ਮੇਰੇ ਬਜ਼ੁਰਗ ਲਾ ਚੁੱਕੇ ਆ ਟੀਕੇ, ਜਾਂ ਮੈਂ ਨਾ ਇਸ ਟੀਕੇ ਦੇ ਵਿੱਚ ਯਕੀਨ ਕਰਾਂ, ਮੈਂ ਹੋਰ ਕਿਸੇ ਨੂੰ ਨਾ ਪੁੱਛਾਂ ਵੀ ਤੁਸੀਂ ਵੀ ਟੀਕੇ ਲਵਾਓ। ਇਹ ਮੇਰੇ ਡੈਡੀ ਨੇ ਵੀ ਟੀਕਾ ਲਵਾਇਆ ਸੀ। ਤਾਂ ਅਕਸਰ ਜੋ ਬਜ਼ੁਰਗ ਆ ਥੋੜ੍ਹੀ ਇਹ ਕਹਿੰਦੇ ਆ ਕਿ ਦੇਖੋ ਇਹ ਟੀਕਾ ਇੰਨੀ ਛੇਤੀ ਬਣ ਕਿੱਦਾਂ ਗਿਆ, ਹਜੇ ਤੱਕ ਸਾਡੇ ਕੋਲ ਕੈਂਸਰ ਦਾ ਕੋਈ ਇਲਾਜ ਨਹੀਂ, ਹੋਰ ਬਿਮਾਰੀਆਂ ਦਾ ਇਲਾਜ ਨਹੀਂ, ਉਹਨਾਂ ਨੂੰ 20-20 ਸਾਲ ਹੋ ਗਏ ਬਣਾਉਂਦਿਆਂ ਨੂੰ, ਪਰ ਆਹ ਟੀਕਾ ਤਾਂ ਮਹੀਨਿਆਂ 'ਚ ਬਣ ਗਿਆ। ਇਹ ਸਮਝਾਓ ਸਾਨੂੰ ਥੋੜ੍ਹਾ ਜਿਹਾ। ਗੱਲ ਇਹ ਆ ਜੀ ਵੀ ਹੁਣ ਜਿਹੜਾ ਆਮ ਬਿਮਾਰੀ ਆ, ਜਾਂ ਤੁਸੀਂ ਉਹਦੇ ਖਿਲਾਫ ਕੋਈ ਵੈਕਸੀਨ ਜਾਂ ਤਾਂ ਦਵਾਈ ਬਣਾਈ ਦੀ ਆ, ਕਾਫੀ ਸਾਲ ਲੱਗ ਸਕਦੀ ਹੈ, ਕਿਉਂਕਿ 1-2 ਕੰਪਨੀਆਂ ਦੁਨੀਆ ਦੇ ਵਿੱਚ ਉਹ ਬਣਾ ਰਹੀਆਂ। ਪਰ ਇਸ ਬਿਮਾਰੀ ਨੇ, ਕਰੋਨਾ ਵਾਇਰਸ ਨੇ ਥੱਲਾ ਲਾਤਾ ਦੁਨੀਆ ਦਾ। ਸੋ ਬਹੁਤ ਸਾਰੀਆਂ ਕੰਪਨੀਆਂ ਲੱਭ ਰਹੀਆਂ ਵੈਕਸੀਨ। ਸਭ ਤੋਂ ਬੜੇ ਬੜੇ ਉਸਤਾਦ, ਡਾਕਟਰ, ਸਾਇੰਟਿਸਟ ਲੱਭ ਰਹੇ ਆ ਇਹਦੇ ਲਈ ਦਵਾਈ ਤਾਂ ਵੈਕਸੀਨ। ਸਰਕਾਰੀ ਗਵਰਨਮੈਂਟ ਆ ਜਿਹੜੀਆਂ ਬਹੁਤ ਸਹੂਲਤ ਦਿੱਤੀ ਆ, ਬਹੁਤ ਪੈਸਾ ਇਨਵੈਸਟ ਕੀਤਾ ਆ, ਤਾਂ ਖੋਜਾਂ ਜਿਹੜੀਆਂ ਕੱਢੀਆਂ ਇਸ ਬਿਮਾਰੀ ਲਈ, ਤਾਂ ਇਸ ਵੈਕਸੀਨ ਲਈ ਬਹੁਤ ਲੋਕ ਦਾਖਲ ਹੋਏ ਆ। ਜਿਹੜੀ ਪਹਿਲੀ ਵੈਕਸੀਨ ਸੀ ਫਾਈਜ਼ਰ ਵੈਕਸੀਨ, 40,000 ਲੋਕਾਂ ਤੇ ਟੈਸਟ ਕੀਤੀ ਆ, ਤਾਂ ਹੀ ਇਹ ਜਿਹੜੀ ਵੈਕਸੀਨ ਆ ਕਾਫੀ ਛੇਤੀ ਬਣਾਤੀ ਆ, ਕੋਈ ਹੇਰਾਫੇਰੀ ਨਹੀਂ ਕੀਤੀ। ਇਹ ਜਿਹੜੀ ਬਹੁਤ ਸੋਚ ਸਮਝ ਕੇ ਬਣਾਈ ਆ ਵੈਕਸੀਨ। ਇੱਕ ਹੋਰ ਬੜੀ ਅਫਵਾਹ ਸੁਣੀ ਦੀ ਆ ਕਿ ਨਹੀਂ ਜੀ ਮੈਂ ਟੀਕਾ ਨਹੀਂ ਲਵਾਉਣਾ, ਇਹਦੇ 'ਚ ਸ਼ਰਾਬ ਪਾਈ ਹੋਈ ਆ, ਕਿ ਇਹਦੇ 'ਚ ਲਵਾ ਕੇ ਕਿ ਸ਼ਾਇਦ ਮੇਰਾ ਧਰਮ ਭ੍ਰਸ਼ਟ ਹੋ ਜਾਵੇ, ਜਾਂ ਸ਼ਾਇਦ ਮੈਨੂੰ ਨਸ਼ਾ ਜਿਹਾ ਚੜ੍ਹ ਜਾਵੇ, ਮੈਂ ਪੀ ਕੇ ਮੱਗੇ ਨਾ ਕੱਢਣ ਲੱਗ ਪਵਾਂ ਪਿੰਡ 'ਚ, ਕਿ ਇਹ ਕਿੰਨੀ ਕੁ ਤੱਕ ਸੱਚੀ ਗੱਲ ਹੈ? ਜੀ ਪਹਿਲਾ ਗੱਲ ਇਹ ਸੁਣੋ ਵੀ ਬਹੁਤ ਲੋਕ ਹੈਗੇ ਆ ਜਿਹੜੇ ਇੰਟਰਨੈਟ ਤੇ ਬੇਵਕੂਫ ਸਦਾਈ ਲੋਕ, ਜਿਹੜਾ ਜਾਣ ਬੁੱਝ ਕੇ ਨੁਕਸਾਨ ਕਰਨਾ ਚਾਹੁੰਦੇ ਆ ਲੋਕਾਂ ਦਾ। ਉਹਨਾਂ ਨੇ ਸਕੂਲ ਦਾ ਦਰਵਾਜ਼ਾ ਵੀ ਨਹੀਂ ਦੇਖਿਆ ਕਦੀ। ਤੁਸੀਂ ਉਹਨਾਂ ਦੀ ਗੱਲ ਸੁਣੋਗੇ ਕਿ ਤੁਸੀਂ ਡਾਕਟਰਾਂ ਦੀ, ਸਾਇੰਟਿਸਟ ਦੀ ਗੱਲ ਸੁਣੋਗੇ? ਇਸ ਵੈਕਸੀਨ ਦੇ ਵਿੱਚ ਕੋਈ ਸ਼ਰਾਬ ਨਹੀਂ, ਕੋਈ ਮੀਟ ਨਹੀਂ ਪਾਇਆ, ਕੋਈ ਜਾਨਵਰਾਂ ਦਾ ਮਾਸ ਜਾਂ ਹੱਡੀਆਂ ਨਹੀਂ ਘੋਲ ਕੇ ਪਾਈਆਂ, ਇਹਦੇ ਵਿੱਚ ਕੋਈ 5G ਦੇ ਮਾਈਕਰੋਚਿਪ ਨਹੀਂ ਪਾਇਓ ਤੁਹਾਡੀ ਤਲਾਸ਼ ਰੱਖਣ ਲਈ, ਇਹਦੇ ਵਿੱਚ ਕੋਈ ਗਲਤ ਚੀਜ਼ ਨਹੀਂ ਪਾਈ ਹੋ। ਡਾਕਟਰ ਸਾਹਿਬ, ਅਖੀਰਲਾ ਤੁਹਾਡਾ ਮੈਸੇਜ ਕੀ ਆ ਸਾਡੇ ਬਜ਼ੁਰਗਾਂ ਨੂੰ ਜਾਂ ਫਿਰ ਸਾਡੀ ਕਮਿਊਨਿਟੀ 'ਚ ਲੋਕਾਂ ਨੂੰ ਜਿਹੜੇ ਕਹਿੰਦੇ ਨਹੀਂ ਆਪਾਂ ਟੀਕੇ ਬਾਰੇ ਹੱਲੇ ਨਹੀਂ ਲਵਾਉਣਾ, ਜਾਂ ਉਹਨਾਂ ਨੂੰ ਕੋਈ ਵਹਿਮ ਆ? what would you say to them? ਜਿਹੜੀ ਵਹਿਮ ਆ ਤਾਂ ਡਰ ਆ, ਇਹ ਸਭ ਤੋਂ ਖਤਰਨਾਕ ਬਿਮਾਰੀ ਆ। ਇਸ ਬਿਮਾਰੀ ਦੇ ਖਿਲਾਫ ਕੋਈ ਵੈਕਸੀਨ ਨਹੀਂ। ਸੋ ਮੇਰਾ ਕਹਿਣ ਦਾ ਮਤਲਬ ਆ ਵੀ ਜਿਹੜੀ ਇਹ ਵੈਕਸੀਨ ਆ ਬਹੁਤ ਫਾਇਦੇਮੰਦ ਆ, ਅਸਰਦਾਰ ਆ, ਤੁਸੀਂ ਇਹ ਲਵਾਓ। ਜਾਂ ਤੁਹਾਡੇ ਕੋਲ ਕੋਈ ਸਵਾਲ ਆ ਜਾਂ ਵਹਿਮ ਆ, ਆਪਣੇ ਡਾਕਟਰ ਨੂੰ ਪੁੱਛੋ, ਤਾਂ ਤੁਸੀਂ ਇਹ ਟੀਕਾ ਲਵਾਓ। ਆਪਣੇ ਆਪ ਦਾ ਭਲਾ ਕਰੋ, ਆਪਣੇ ਆਪ ਨੂੰ ਬਚਾਓ, ਆਪਣੇ ਬਜ਼ੁਰਗਾਂ ਨੂੰ ਬਚਾਓ, ਆਪਣੇ ਪਰਿਵਾਰ ਨੂੰ ਬਚਾਓ। ਤਾਂ ਜਿਹੜੇ ਸੇਵੇਦਾਰ ਆ, ਡਾਕਟਰ ਮੇਰੇ ਵਰਗੇ, ਤਾਂ ਨਰਸਾਂ ਆ, ਤਾਂ NHS ਆ, ਉਹਨਾਂ ਦਾ ਭਲਾ ਕਰੋ ਜੀ। ਥੈਂਕ ਯੂ ਡਾਕਟਰ ਸਾਹਿਬ ਕਿ ਤੁਸੀਂ BBC ਤੇ ਆ ਕੇ ਗੱਲ ਕੀਤੀ ਆ, ਐਂਡ ਆਪਾਂ ਤੁਹਾਡਾ ਮੈਸੇਜ ਲਈ ਬਹੁਤ ਬਹੁਤ ਧੰਨਵਾਦ। ਥੈਂਕ ਯੂ ਕਿ ਤੁਸੀਂ ਬਹੁਤ ਗੱਲਾਂ ਕਲੀਅਰ ਕੀਤੀਆਂ। ਸਤਿ ਸ੍ਰੀ ਅਕਾਲ ਜੀ। ਸਤਿ ਸ੍ਰੀ ਅਕਾਲ ਜੀ। ਸਤਿ ਸ੍ਰੀ ਅਕਾਲ। Wanted, the bravest, kindest and most curious kids to discover the world with Paddington. Sign up to Paddington's postcards today, and every month your child will learn about a different country with Paddington. They'll love getting post from their new friend. Paddington will send them a special welcome with a wall map, postcards, stickers and a travel journal to track their adventure. Then each month they'll get fun fact cards that explore the animals, foods and languages of a different land. From Mongolia's freezing deserts to Bangladesh's crocodile-filled rivers. And they'll learn about the lives of other children along the way. But best of all, you'll be helping UNICEF keep children around the world happy, healthy and safe. Just search Paddington's postcards, text MAP to 82772 or call 0800 144 5878 to sign up today. Marmalade sandwiches not included. Rise,
recline, relax with Oak Tree Mobility. If you're like me, you like things to be neat. I've even put my wardrobe in alphabetical order. V-necks come before Y-fronts. That's why I have a Barclaycard Platinum credit card. It's got all you need to stay money tidy. An app to help keep you in control, timely alerts you can set up, and a 0% interest balance transfer with no fee and £20 cash back. Get money tidy with Barclaycard. Check if you're eligible at barclaycard.co.uk. This Valentine's Day, thinkthoughtful.com. You could find the card that says, I love you, most of the time. For the perfect card this Valentine's Day, thinkthoughtful.com. The new My WW Plus app gives you even more with a What's in Your Fridge feature to make meal planning easy. Join WW today and get your first month free. Why settle down for the season finale? Only for your broadband to leave you. More online security than any other big provider, because BT guarantees you the big three. All for $26.99 a month. Why choose anyone else? Visit bt.com to join today. Hey, wanna know how I tidy up my wardrobe with Vinted? It's easy. If I haven't worn it in over a year, or it doesn't fit me, then I sell it on the app. Vinted is a free app for second-hand fashion. Use it to declutter your wardrobe and maybe even make some extra money. Selling on Vinted is easy. Take a picture, upload it, and set your price. You've got the chance to sell to other Vinted members across the country with no added fees, so you get to keep everything you make. Give a second life to the clothes you no longer wear. Download the free Vinted app today. If you don't wear it, sell it. At Glasses Direct, try the glasses you like at home for free. Really try them on. Trust our qualified opticians to check the detail of each and every order. And right now, get 2 pairs from £16 with lenses and free returns. No quibbles. Get your glasses your way at glassesdirect.co.uk. ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ ਆਇਆਂ ਨੂੰ ਵੈਲਕਮ ਟੂ ਦ ਸ਼ੋ ਪਹਿਲਾਂ ਤਾਂ ਮੈਂ ਬਹੁਤ ਸ਼ੁਕਰਗੁਜ਼ਾਰ ਹਾਂ ਜਿਨ੍ਹਾਂ ਲੋਕਾਂ ਨੇ ਸੈਚਰਡੇ ਦਾ ਸ਼ੋਅ ਦੇਖਿਆ ਆਪਾਂ ਜੋ ਕੀਤਾ ਸੀਗਾ YouTube ਤੇ ਉਹ ਪ੍ਰਸਾਰਣ ਕੀਤਾ ਗਿਆ ਸੀ ਹੋਰ ਚੈਨਲਾਂ ਤੇ ਸਿੱਖ ਚੈਨਲ ਵਾਲਿਆਂ ਨੇ ਵੀ ਪ੍ਰਸਾਰਣ ਕੀਤਾ ਸੀਗਾ ਸਾਡਾ YouTube ਵਾਲਾ ਸ਼ੋਅ ਜੋ ਆਪਾਂ ਰੈਕਗਨਾਈਜ਼ 1 ਲਈ ਹੋਸਟ ਕੀਤਾ ਸੀਗਾ ਕਿਸਾਨਸ ਇਨ ਨੀਡ ਜੇ ਤੁਸੀਂ ਨਹੀਂ ਦੇਖਿਆ ਯੂ ਕੈਨ ਹੈਡ ਓਵਰ ਟੂ YouTube and type in Kisans in Need. It's the first time ਆਪਾਂ live Asian TV UK ਦੇ ਵਿੱਚ ਇਸ level ਦਾ ਕੋਈ event ਕੀਤਾ which was similar in format to Children in Need and 6 ਘੰਟੇ live ਆਪਾਂ present ਕੀਤਾ by the end of it ਐਨ ਥੱਕਿਆ ਸੀ I was battered the next day as well but ਸਾਰਾ good cause ਲਈ ਸੀਗਾ and you know it was very well received in the community. ਆਪਾਂ ਫੰਡ ਇਕੱਠੇ ਕੀਤੇ ਸੀ ਜੀ ਉਹ ਪਰਿਵਾਰਾਂ ਲਈ ਜਿਨ੍ਹਾਂ ਦੇ ਜੋ ਹੈਗੇ ਆ ਕਿਸਾਨ ਉਹ ਪ੍ਰੋਟੈਸਟਾਂ ਦੇ ਵਿੱਚ ਸ਼ਹੀਦ ਹੋ ਚੁੱਕੇ ਆ ਪੂਰੇ ਹੋ ਚੁੱਕੇ ਆ ਭਾਵੇਂ ਉਹ ਕਰੋਨਾ ਨਾਲ ਪੂਰੇ ਹੋ ਚੁੱਕੇ ਜੀ ਭਾਵੇਂ ਉਹਨਾਂ ਨੂੰ ਅਟੈਕ ਹੋਏ ਆ ਜੀ ਹਾਰਟ ਅਟੈਕ ਹੋਏ ਆ ਭਾਵੇਂ ਉਹ ਜੀ ਠੰਡ 'ਚ ਪੂਰੇ ਹੋਏ ਮੌਸਮ ਕਰਕੇ ਜਾਂ ਫਿਰ ਭਾਵੇਂ ਉਹ ਓਲਡ ਏਜ ਕਰਕੇ ਜਾਂ ਕਿਸੇ ਹੋਰ ਵਜ੍ਹਾ ਕਰਕੇ ਉਹ ਜੀ ਪੂਰੇ ਹੋਏ ਆ ਆਪਾਂ ਉਹਨਾਂ ਲਈ ਫੈਮਲੀਆਂ ਲਈ ਜਿਨ੍ਹਾਂ ਦੇ ਹੁਣ ਸਿਰ 'ਤੇ ਸਾਇਆ ਨਹੀਂ ਰਿਹਾ ਪੈਸੇ ਇਕੱਠੇ ਕੀਤੇ ਸੀ ਜਿਨ੍ਹਾਂ ਦੇ ਬੱਚਿਆਂ ਨੂੰ ਹੁਣ ਸਾਰੀ ਉਮਰ ਬਿਨਾਂ ਪੇ ਤੋਂ ਕੱਢਣੀ ਪੈਣੀ ਆ ਜਿਨ੍ਹਾਂ ਦੇ ਮਾਵਾਂ ਨੂੰ ਫਿਕਰ ਪੈ ਕੇ ਬੱਚੇ ਆਪਾਂ ਪੜ੍ਹਾਉਣੇ ਕਿੱਦਾਂ ਆ ਜਿਹੜਾ ਕਮਾਉਣ ਵਾਲਾ ਉਹ ਤਾਂ ਰਿਹਾ ਹੀ ਨਹੀਂ ਜਿਨ੍ਹਾਂ ਦੇ ਹੱਲੇ ਵੀ ਸਿਰ 'ਤੇ ਕਰਜ਼ਾ ਆ ਸੋ ਉਹ ਘੱਟੋ ਘੱਟ 150 ਬੰਦਾ ਇਸ ਵੇਲੇ ਪੂਰਾ ਹੋ ਚੁੱਕਾ ਹੈ ਫਾਰਮਰ ਪ੍ਰੋਟੈਸਟਾਂ ਦੇ ਵਿੱਚ ਅਤੇ ਉਹਦੇ ਵਿੱਚ ਉਹਨਾਂ ਦੇ ਪਰਿਵਾਰਾਂ ਲਈ ਉਹ ਆ ਜੀ ਜੋ ਮੇਨ ਸਪੋਰਟ ਹੈਗੀ ਆ ਜੋ ਇਸ ਵੇਲੇ ਉਹਨਾਂ ਨੂੰ ਜ਼ਰੂਰਤ ਹੈਗੀ ਸੋ ਆਪਾਂ ਉਹਨਾਂ ਨੂੰ ਬੜੀ ਸਕਸੈਸਫੁਲੀ ਜੀ 3.5 ਲੱਖ ਪਾਉਂਡ ਤੋਂ ਉੱਤੇ ਇਕੱਠਾ ਕੀਤਾ ਮਿਡਲੈਂਡ ਲੰਗਰ ਸੇਵਾ ਸੁਸਾਇਟੀ
ਉਹਨਾਂ ਦੇ ਅਕਾਊਂਟ ਵਿੱਚ ਹੈਗੇ ਜੋ ਕਿ ਰਜਿਸਟਰਡ ਚੈਰਿਟੀ ਆ। ਤਾਂ ਬਾਕੀ ਆਪਾਂ ਖੁਦ ਓਵਰਸੀ ਕਰਾਂਗੇ ਕਿ ਉਹ ਪੈਸੇ ਤੁਹਾਡੇ ਸਹੀ ਜਗ੍ਹਾ ਪਹੁੰਚਦੇ ਆ, ਜਿੱਦਾਂ ਕਿਹਾ ਗਿਆ ਉੱਥੇ ਪਹੁੰਚਣਗੇ। ਉਹਨਾਂ ਦੀ ਜ਼ਿੰਮੇਵਾਰੀ ਆਪਾਂ ਵੀ ਲਈ ਹੋ, ਰਣਧੀਰ ਸਿੰਘ ਹੀਰ ਨੇ ਵੀ ਲਈ ਆ, ਇੱਕ ਦੋ ਹੋਣਾ ਨੇ ਜਿਨ੍ਹਾਂ ਦੀ ਆਪਾਂ ਕਮੇਟੀ ਬਣਾਈ ਆ, ਉਹਨਾਂ ਨੇ ਲਈ ਹੋ ਜੀ ਜ਼ਿੰਮੇਵਾਰੀ ਕਿ ਆਪਾਂ ਖੁਦ ਜਾਵਾਂਗੇ ਪੰਜਾਬ ਉਹਨਾਂ ਦੇ ਨਾਲ ਅਤੇ ਉਹ ਫੈਮਲੀਆਂ ਨੂੰ ਡਿਸਟਰੀਬਿਊਟ ਕਰਕੇ ਆਵਾਂਗੇ ਜੋ ਤੁਸੀਂ ਡੋਨੇਸ਼ਨਾਂ ਦਿੱਤੀਆਂ। ਉਹਦਾ ਬਹੁਤ ਬਹੁਤ ਧੰਨਵਾਦ ਜੋ ਤੁਸੀਂ ਕੀਤਾ। ਰਿਕਾਰਡ ਹੀ ਟੁੱਟ ਗਿਆ ਜੀ ਕਿ ਆਪਣੀ ਏਸ਼ੀਅਨ ਕਮਿਊਨਿਟੀ 'ਚ ਇੰਨਾ ਕਿਸੇ ਲਾਈਵ ਪ੍ਰੋਗਰਾਮ 'ਤੇ ਇੰਨਾ ਮਾਇਆ ਇਕੱਠੀ ਹੋਈ ਹੈ। ਤੁਹਾਨੂੰ ਮੇਰਾ ਪਤਾ ਹੈ ਜੀ, ਮੈਂ ਬੜਾ ਪਰਟੀਕੂਲਰ ਹਾਂ ਕਿ ਮੈਂ ਕਿਹੜੀ ਚੈਰਿਟੀਆਂ ਨੂੰ ਸਪੋਰਟ ਕਰਾਂ ਅਤੇ ਕਿਹੜੀਆਂ ਨੂੰ ਨਹੀਂ। ਮੈਨੂੰ ਬਹੁਤ ਅਪਰੋਚਾਂ ਆਉਂਦੀਆਂ ਲੋਕਾਂ ਦੀਆਂ, ਪਰ ਉਹ ਬੰਦੇ ਮੈਂ ਤੁਹਾਨੂੰ ਸੱਚ ਦੱਸਾਂ ਮੇਰੇ ਮਨ ਨੂੰ ਨਹੀਂ ਲੱਗਦੇ। ਅਤੇ ਮੈਨੂੰ ਕਈਆਂ ਦਾ ਤਾਂ ਪਤਾ ਹੈ ਕਿ ਉਹ ਹੈਗੇ ਹੀ ਚੋਰ ਆ, ਉਹ ਹੈਗੇ ਹੀ ਠੱਗ ਆ। ਅਤੇ ਮੈਂ ਕਈ ਵਾਰੀ ਉਹਨਾਂ ਦੀ ਅੰਦਰਲੀ ਸਟੋਰੀ ਵੀ ਸਾਰੀ ਜਾਣਦਾ ਹਾਂ, ਉਹਨਾਂ ਦਾ ਪੂਰਾ ਇਤਿਹਾਸ A to Z ਪਿੰਡ ਤੋਂ ਲੈ ਕੇ ਹੁਣ ਤੱਕ। ਸੋ ਉਹਨਾਂ ਨੂੰ ਮੈਂ ਬੜੇ ਪਿਆਰ ਨਾਲ ਹੀ ਨਾ ਕਹਿ ਦਿੰਦਾ, ਪਰ ਉਹ ਸਮਝ ਜਾਂਦੇ ਆ ਕਿ ਹਾਂ ਆਪਾਂ ਇਹ ਜਾਣਦਾ ਸਾਨੂੰ। ਸੋ ਉਹਨਾਂ ਲਈ ਤਾਂ ਮੈਂ ਬਿਲਕੁਲ ਹੀ ਨਹੀਂ ਕਰਦਾ। ਮੈਂ ਯੂਜਲੀ ਚੈਰਿਟੀਆਂ ਬਹੁਤ ਘੱਟ ਸਪੋਰਟ ਕਰਦਾ। ਆਪਣਾ ਜੋ ਇੱਕੋ ਹੀ ਚੈਰਿਟੀ ਜ਼ਿਆਦਾ ਮੈਂ ਸਪੋਰਟ ਕੀਤੀ ਉਹ ਹੈਗੀ ਯੂਨੀਕ ਹੋਮ, ਜੋ ਬੀਬੀ ਪ੍ਰਕਾਸ਼ ਕੌਰ ਦੀ ਚੈਰਿਟੀ ਹੈਗੀ ਹੈ ਜਲੰਧਰ ਦੇ ਵਿੱਚ, ਜਿੱਥੇ ਅਨਾਥ ਬੱਚੀਆਂ ਛੱਡ ਦਿੱਤੀਆਂ ਜਾਂਦੀਆਂ ਆ ਤਾਂ ਕਿ ਉਹਨਾਂ ਦੀ ਪਾਲਣਾ ਹੋ ਸਕੇ, ਜਾਂ ਜਿਹੜੇ ਲੋਕ ਹੱਤਿਆ ਕਰਨ ਦੀ ਕੋਸ਼ਿਸ਼ ਕਰਦੇ ਬੱਚਿਆਂ ਦੀ, ਜਿਨ੍ਹਾਂ ਨੂੰ ਫੀਮੇਲ ਚਾਈਲਡ ਦੀ ਨਹੀਂ ਜ਼ਰੂਰਤ, ਪੰਜਾਬ 'ਚ ਜੋ ਅਕਸਰ ਆਪਾਂ ਪੜ੍ਹਦੇ ਹਾਂ, ਉਹ ਮੈਂ ਬਹੁਤ ਸਪੋਰਟ ਕਰਦਾ। ਤੁਹਾਨੂੰ ਪਤਾ ਹੋਰ ਵੀ ਇੱਕ ਦੋ ਚੈਰਿਟੀਆਂ ਹੈਗੀਆਂ ਜੋ ਮੈਂ ਸਪੋਰਟ ਕਰਦਾ। ਬਟ ਜਦੋਂ ਇਹਨਾਂ ਨੇ ਮੈਨੂੰ ਅਪਰੋਚ ਕੀਤਾ ਕਿ ਆਹ ਕੌਜ਼ ਹੈ ਹਰਜਾਬ, ਅਤੇ ਉਹ ਫੋਨ ਹੀ ਇੱਦਾਂ, ਮੈਂ ਤੁਹਾਨੂੰ ਸਿੱਧੀ ਗੱਲ ਦੱਸਦਾ ਕਿ ਮੈਂ ਸ਼ੋਅ 'ਤੇ ਵੀ ਦੱਸਿਆ ਸੀਗਾ, ਉਹ ਸੁੱਤਾ ਪਿਆ ਜੀ 2 ਵਜੇ ਸਵੇਰ ਨੂੰ ਮੈਸੇਜ ਆਇਆ ਅਤੇ ਮੈਂ ਆਪਣਾ ਫੋਨ ਦੇਖਾਂ ਅਤੇ ਮੈਂ ਕਿਹਾ ਆ ਕਿਹੜਾ ਆ, ਅਤੇ ਘਰ ਵਾਲੀ ਪੁੱਛੇ ਕਿ ਆਹ ਤੈਨੂੰ ਕਿਹੜਾ ਆਇਆ ਫੋਨ, ਕਿਹਦਾ ਆਇਆ ਤੈਨੂੰ ਮੈਸੇਜ 2 ਵਜੇ। ਮੈਂ ਸੋਚਿਆ ਯਾਰ ਵੀਜ਼ੇ ਦਾ ਬੜਾ ਹੀ ਔਖਾ ਹੋਣਾ ਬੰਦਾ ਕੋਈ। ਜਦੋਂ ਮੈਂ ਦੇਖਿਆ ਉਹਨਾਂ ਦਾ ਮੈਸੇਜ ਮੁੰਡਿਆਂ ਦਾ, ਉਹ ਕਹਿੰਦੇ ਹਰਜਾਬ ਆਪਾਂ ਆਈਡੀਆ ਕੀਤਾ। ਮੈਂ ਕਿਹਾ ਅੱਧੀ ਰਾਤ ਨੂੰ ਤੁਸੀਂ ਕਰਨੀ ਸੀ, ਤੁਸੀਂ ਤਾਂ ਡਿਵੋਰਸ ਕਰਾਓਗੇ, ਇਸ ਪਾ ਤਾਂ ਮੈਨੂੰ ਵਕੀਲ ਦੀ ਲੋੜ ਪੈਣੀ ਆ। ਅਤੇ ਉਹ ਕਹਿੰਦੇ ਨਹੀਂ ਆਪਾਂ ਆਈਡੀਆ ਕੀਤਾ, ਹਫ਼ਤੇ ਸਾਡੇ ਕੋਲ 2 ਆ ਕਰਨ ਲਈ, ਕਿ ਆਪਾਂ ਤਾਂ ਹੀ ਕਰਨਾ ਜੇ ਤੂੰ ਅਗਰੀ ਕਰੂੰਗਾ ਹੋਸਟ ਬਣ ਲਈ, ਜੇ ਤੂੰ ਹੋਸਟ ਕਰਨ ਨੂੰ ਨਹੀਂ ਤਿਆਰ ਆਪਾਂ ਕਰਨਾ ਹੀ ਨਹੀਂ। ਤਾਂ ਜਦੋਂ ਇੱਦਾਂ ਬੰਦਾ ਕੋਈ ਸਿੱਟਦਾ ਤੁਹਾਡੇ 'ਤੇ ਗੱਲ, ਤਾਂ ਆਪਾਂ ਸੋਚਦੇ ਯਾਰ ਲੋਕਾਂ ਦਾ ਭਲਾ ਹੋ ਸਕਦਾ, ਪਰ ਜੇ ਮੈਂ ਨਾ ਕਹਿਤੀ ਤਾਂ ਫਿਰ ਹੋਣਾ ਨਹੀਂ। ਤਾਂ ਮੈਂ ਕਿਹਾ ਚਲੋ ਕੋਈ ਗੱਲ ਨਹੀਂ ਮੈਂ ਕਰ ਦਿੰਦਾ। ਅਤੇ ਉਹ ਕਹਿੰਦੇ ਸੈਚਰਡੇ ਵਾਲਾ ਦਿਨ ਹੈ 6 ਤੋਂ 9 ਹੋਣਾ। ਮੈਂ ਕਿਹਾ ਚਲੋ 3 ਘੰਟੇ ਹੀ ਆ ਕਰ ਲਾਂਗੇ। ਉਹ ਜੀ ਫਿਰ ਮੈਂ ਆਪਣੇ ਆਪ 'ਚ ਪਤਾ ਕੀ ਸੋਚਿਆ, ਮੈਂ ਸੋਚਿਆ ਜੀ ਆਹ 4-5 ਮੁੰਡੇ ਆ, ਇਹਨਾਂ ਨੇ ਕਰ ਕੀ ਲੈਣਾ ਆ, ਇਹਨਾਂ ਨੇ ਮੈਨੂੰ ਮੂਹਰੇ ਬਿਠਾਉਣਾ ਕੈਮਰਾ ਦੇ, ਮੇਰੇ ਤੋਂ ਹੱਥ ਜੋੜ ਇੱਦਾਂ ਬੇਨਤੀਆਂ ਕਰਨੀਆਂ। ਮੈਂ ਕਿਹਾ ਉਹ ਮੈਨੂੰ ਆਪ ਹੀ ਥੋੜ੍ਹੀ ਚੰਗਾ ਨਹੀਂ ਜੱਚਦਾ, ਪਰ ਚਲੋ ਦੇਖ ਲੈਂਦੇ ਹੀ ਕਰਦੇ। ਤਾਂ ਇਹ ਤਾਂ ਜੀ ਕੁਛ ਇੰਟਰਵਿਊ ਹੈ, ਕਹਿੰਦੇ ਸੀ ਆਪਾਂ ਸ਼ੋਅ ਚਲਾਉਣੇ ਆ ਅਤੇ ਉਹ ਤੁਸੀਂ ਵੀਕ 'ਚ ਕਰ ਲਓ। ਮੈਂ ਕਰ ਲਏ ਸੀਗੇ ਮਲਕੀਤ ਸਿੰਘ ਜੀ ਦੇ, ਸੁਖਸ਼ਿੰਦਰ ਸ਼ਿੰਦਾ ਜੀ ਦੇ ਅਤੇ ਕਨਵਰ ਗਰੇਵਾਲ ਜੀ ਦੇ, ਤਾਂ ਉਹ ਮੈਂ ਕਰ ਲਏ ਸੀਗੇ। ਅਤੇ ਫਿਰ ਵੀ ਮੈਂ ਸੈਚਰਡੇ ਵਾਲੇ ਦਿਨ ਗਿਆ, 6 ਵਜੇ ਸ਼ੁਰੂ ਸੀਗਾ। ਮੈਂ ਜੀ ਬਿਲਕੁਲ ਆਪਣੇ ਹਿਸਾਬ ਨਾਲ ਪੌਣੇ 5 ਗਿਆ, ਅਤੇ ਉਹ ਕਹਿੰਦੇ ਨਹੀਂ ਤੂੰ ਯਾਰ ਕੋਈ ਤਿਆਰੀ ਤੁਰੀ ਬਣੀ ਕਰਕੇ ਆ। ਮੈਂ ਕਿਹਾ ਆਪਣੀ ਤਿਆਰੀ ਆ, ਤੁਸੀਂ ਮੈਨੂੰ ਦੱਸੋ ਤੁਹਾਡੀ ਕਿੱਥੇ ਆ ਸ਼ੈਡਿਊਲ, ਕਿੱਦਾਂ ਇੱਦਾਂ ਆ। ਜਦੋਂ ਮੈਂ ਦੇਖਿਆ ਬੜੇ ਇੰਟਰਵਿਊ ਲੱਗੇ ਉਹ 3 ਘੰਟੇ 'ਚ, ਮੈਂ ਕਿਹਾ ਸਾਰਾ ਆ ਜਾਊ ਵਿੱਚ ਇਹ ਇੰਨਾ ਮਟੀਰੀਅਲ। ਕਹਿੰਦੇ ਕੋਈ ਗੱਲ ਨਹੀਂ ਤੂੰ ਕਰੀ ਜਾ ਬਸ। ਜਦੋਂ ਮੈਂ ਕਿਹਾ ਸਟੂਡੀਓ ਦਿਖਾ ਲਓ, ਜਦੋਂ ਮੈਂ ਸਟੂਡੀਓ ਗਿਆ ਮੈਂ ਤਾਂ ਸੋਚਿਆ ਜੀ ਸਾਡਾ ਦੇਸੀ ਜਿਹਾ ਸਟੂਡੀਓ ਹੋਣਾ, Z1 ਕੈਮਰਾ ਰੱਖਿਆ ਵਿੱਚ ਹੀ, ਮੈਂ ਜਿੱਦਾਂ ਆਪਣਾ ਹੁੰਦਾ ਹੀ ਆਪਾਂ ਇੱਦਾਂ ਦੇ ਸਟੂਡੀਓ ਨੂੰ ਖਿੱਚੋ, ਏਸ਼ੀਅਨ ਮੀਡੀਆ ਚੈਨਲਾਂ 'ਤੇ ਇੱਦਾਂ ਦੇ ਸਟੂਡੀਓ ਹੁੰਦੇ। ਉਹ ਜਦੋਂ ਮੈਂ ਗਿਆ ਕਿਊਡੋਸ ਵਾਲੇ ਮੁੰਡਿਆਂ ਨੇ, ਉਹ ਜੈਜ਼ ਜੌਲ, ਹਰਦੀਪ ਕਟਾਰੀਆ ਨੇ, ਉਹਨਾਂ ਨੇ ਤਾਂ ਬਣਾਇਆ ਸੀ BBC ਨਾਲੋਂ ਵੀ ਵਧੀਆ ਸੈਟਅਪ। ਔਰ ਤੁਹਾਨੂੰ ਪਤਾ ਮੈਂ ਹਰ ਹਫ਼ਤੇ BBC ਤਾਂ ਸਕਾਈ ਦੇ ਤਕਰੀਬਨ ਚੱਕਰ ਸਾਡੇ ਲੱਗਦੇ ਰਹਿੰਦੇ ਆ ਇੰਟਰਵਿਊਆਂ ਲਈ, ਵੱਖਰੇ ਵੱਖਰੇ ਟੌਪਿਕਾਂ 'ਤੇ ਗੱਲ ਕਰਨ ਲਈ, ਤਾਂ ਬੜਾ ਸਨਮਾਨ ਦਿੰਦੇ ਉਹ ਵੀ। ਬਟ ਆਪਾਂ ਜਦੋਂ ਮੈਂ ਗਿਆ ਉਸ breathtaking. It was such a like studio, like a proper I felt like I was on Match of the Day, Gary Lineker. And they're like, Paji, this is it. And I'm like, you did this in all 2 weeks ago. 2 weeks, ਆਹ ਸਾਡਾ ਟੈਕਨੀਕਲ ਸਟਾਫ ਆ, ਕਰੇਨ ਰੱਖੀ ਹੋਆ। ਕਰੇਨ ਮੈਂ ਕਿਹਾ ਇੱਥੇ ਤੁਸੀਂ ਬਿਲਡਿੰਗਾਂ ਬਣਾਉਣੀਆਂ ਕਿ ਨਹੀਂ, ਕਹਿੰਦੇ ਕੈਮਰਾ ਬੰਨਿਆ ਕਰੇਨ 'ਤੇ। ਮੈਂ ਤਾਂ ਦੇਖ ਕੇ ਹੈਰਾਨ ਹੋ ਗਿਆ, ਮੈਂ ਕਿਹਾ ਪਤਾ ਨਹੀਂ ਇਹਨਾਂ ਨੇ ਕੀ ਕਰਨਾ। ਕਹਿੰਦੇ 6 ਵਜੇ ਹੋ ਜਾ ਲਾਈਵ, ਆਹ ਲਿਸਟ ਆ ਇੱਦਾਂ ਕਰਨੀ ਆ। ਉਹ ਜੀ ਬਸ ਡਟ ਗਏ, ਉਹ ਜੀ ਬਸ ਕਰੀ ਗਏ। ਫਿਰ 9 ਵਜੇ ਮੈਂ ਕਿਹਾ ਚਲੋ ਹੁਣ ਬੰਦ ਕਰੂਗਾ। ਕਹਿੰਦੇ ਨਹੀਂ 1 ਘੰਟਾ ਹੋਰ ਲਾ ਦੇ। ਮੈਂ ਕਿਹਾ ਚੱਲ ਲਾ ਦਿੰਦੇ ਹਾਂ। ਫਿਰ 11 ਵਜੇ 10 ਵਜੇ 1 ਘੰਟਾ ਹੋਰ, 11 ਵਜੇ 1 ਘੰਟਾ ਹੋਰ, ਕਰਦੇ 12 ਵੱਜ ਗਏ। ਆਪਾਂ ਫਿਰ ਬੱਸ ਕੀਤੀ। ਬਟ ਥੈਂਕ ਯੂ ਤੁਹਾਡਾ ਜੋ ਤੁਸੀਂ ਇੰਨਾ ਪਿਆਰ ਦਿੱਤਾ। ਐਂਡ
ਗਾਹਾਂ ਨੂੰ ਵੀ ਆਪਾਂ YouTube ਤੇ ਉਹ ਰੈਕਗਨਾਈਜ਼ ਹੋਣ ਲਈ ਸ਼ੋਅ ਕਰ ਰਹੇ ਹਾਂ। ਸੋ ਉਹਦੇ ਵਿੱਚ ਵੀ ਤੁਸੀਂ ਦੇਖੋ, ਪਰ ਉਹ ਸ਼ੋਆਂ ਦਾ ਮਕਸਦ ਪੈਸੇ ਇਕੱਠੇ ਕਰਨ ਦਾ ਨਹੀਂ ਹੋਊਗਾ, ਉਹ ਇਨਫੋਰਮੇਸ਼ਨ ਦਾ ਹੋਊਗਾ। ਇਨਫੋਰਮੇਸ਼ਨ ਤੁਹਾਨੂੰ ਬਹੁਤ ਮਿਲੀ ਉਹ ਪ੍ਰੋਗਰਾਮ ਦੇ ਵਿੱਚ, ਖਾਸ ਤੌਰ 'ਤੇ ਬੱਚਿਆਂ ਨੂੰ। ਇਟਸ ਵਨ ਆਫ ਦ ਵੈਰੀ ਫਿਊ ਪ੍ਰੋਗਰਾਮਸ ਅਪਾਰਟ ਫਰੋਮ ਆਪਣਾ ਜਿਹੜਾ ਹੈਗਾ, ਆਪਾਂ ਤਾਂ ਹਰ ਫਰਾਈਡੇ ਕਰਦੇ ਹਾਂ, ਜਿੱਥੇ ਮੈਨੂੰ ਮੈਸੇਜ ਆਇਆ ਕਿ ਭਾਜੀ ਆਪਾਂ ਪੂਰੇ ਫੈਮਲੀਆਂ ਨਾਲ ਬਹਿ ਕੇ ਪ੍ਰੋਗਰਾਮ ਦੇਖਿਆ, ਬੱਚੇ ਸੁੱਤੇ ਵੀ ਨਹੀਂ 7-8 ਵਜੇ 9 ਵਜੇ, ਉਹਨਾਂ ਨੂੰ ਵੀ ਆਪਾਂ ਜਾਗਣ ਦਿੱਤਾ, ਪ੍ਰੋਗਰਾਮ ਦੇਖਣ ਦਿੱਤਾ। ਆਪਾਂ ਐਜ਼ ਅ ਫੈਮਲੀ ਸਾਰਾ ਪ੍ਰੋਗਰਾਮ ਦੇਖਿਆ, ਬਹੁਤ ਇਨਫੋਰਮੇਟਿਵ ਸੀਗਾ। ਅਤੇ ਸੋ ਥੈਂਕ ਯੂ ਵੈਰੀ ਮੱਚ। ਇਹ ਬਸ ਮਾਲਕ ਦੀ ਕਿਰਪਾ ਆ 2 ਹਫ਼ਤਿਆਂ 'ਚ ਕਿ ਦੇਸੀ ਸਟਾਈਲ ਨਾਲ ਜੀ ਆਪਾਂ ਤਾਂ ਚੱਲੇ ਸੀ, ਉਹ ਤਾਂ ਬਣ ਗਿਆ ਜੀ BBC ਸਟੈਂਡਰਡ ਪ੍ਰੋਗਰਾਮ। ਐਂਡ ਸੋ ਥੈਂਕ ਯੂ ਜਿੰਨੇ ਵੀ ਹੈਗੇ ਆ, ਤੁਸੀਂ ਦੇਖਣ ਵਾਲੇ ਆ, ਕਿ ਉਹ ਇਹ ਸ਼ੋਅ ਜਿੰਨੇ ਆ ਵਿਊਅਰਾਂ ਨਾਲ ਸਕਸੈਸਫੁਲ ਹੁੰਦੇ ਆ, ਖਾਸ ਤੌਰ 'ਤੇ ਸਕਾਈ ਪਲੇਟਫਾਰਮਸ 'ਤੇ। ਇੱਥੇ ਇਹ ਨਹੀਂ ਪਤਾ ਹੁੰਦਾ ਕਿ ਇੱਕ ਬੰਦਾ ਦੇਖ ਰਿਹਾ ਜਾਂ ਲੱਖਾਂ ਦੇਖ ਰਿਹਾ, ਉਹਦੀ ਕੋਈ ਮਿਣਤੀ ਨਹੀਂ ਹੁੰਦੀ ਐਗਜ਼ੈਕਟਲੀ। ਸੋ ਆਪਾਂ ਇਹਦੇ ਵਿੱਚ ਤਾਂ ਆਪਾਂ ਬਹੁਤ ਸ਼ੁਕਰਗੁਜ਼ਾਰ ਹਾਂ ਤੁਹਾਡੇ। ਹੋਰ ਜੀ ਤੁਹਾਨੂੰ ਇੱਕ ਸੁਨੇਹਾ ਦੱਸਦੇ, ਤੁਸੀਂ ਵੀਡੀਓਜ਼ 'ਤੇ ਦੇਖੀਆਂ ਜੋ ਇਨਫੋਰਮੇਸ਼ਨ ਦੇਖਿਆ ਉਹਨਾਂ ਡਾਕਟਰਾਂ ਦਾ, ਅਲੱਗ-ਅਲੱਗ ਡਾਕਟਰਾਂ, ਤੁਹਾਨੂੰ ਹੁਣ ਪਿਛਲੇ 2-3 ਹਫ਼ਤਿਆਂ 'ਚ ਮੈਂ ਕਿੰਨੇ ਡਾਕਟਰਾਂ ਤੋਂ, ਪੰਜਾਬੀਆਂ ਤੋਂ ਮੈਸੇਜ ਦਵਾਏ ਹੈ ਨਾ। ਹੁਣ ਇਹ ਸਾਰੇ ਡਾਕਟਰ ਉੱਲੂ ਤਾਂ ਹੋ ਨਹੀਂ ਸਕਦੇ, ਨਾ ਬੇਵਕੂਫ ਹੋ ਸਕਦੇ ਆ। ਜਦ ਤੁਸੀਂ ਕਹੋ ਸਾਨੂੰ ਜ਼ਿਆਦਾ ਪਤਾ ਤਾਂ ਡਾਕਟਰਾਂ ਨੂੰ ਕੁਛ ਨਹੀਂ ਪਤਾ, ਉਹ ਵੀ ਤੁਸੀਂ ਆਪਣੀ 8ਵੀਂ ਫੇਲ ਦਾ ਸਰਟੀਫਿਕੇਟ ਲੈ ਕੇ, ਹੈ ਨਾ। ਸੋ ਆਪਾਂ ਜੋ ਇਹ ਕਹਿੰਦੇ ਆ ਉਸ ਹਿਸਾਬ ਨਾਲ ਚੱਲੀਏ। ਪਰ ਇੱਕ ਸ਼ਿਕਾਇਤ ਜ਼ਰੂਰ ਆਉਂਦੀ ਆ ਕਿ ਹਰਜਾਪ ਇਹਨਾਂ ਨੂੰ ਮਾਸਕ ਨਹੀਂ ਪਾਉਣੇ ਆਉਂਦੇ ਆਪਣੇ ਜਨਤਾ ਨੂੰ। ਮੈਂ ਕਿਹਾ ਇੰਨਾ ਵਧੀਆ ਮੈਂ ਵੀਡੀਓ ਬਣਾਇਆ ਸੀ, ਸਾਰੀ ਦੁਨੀਆ 'ਚ ਵਾਇਰਲ ਹੋਇਆ, ਅਤੇ ਇਹਨਾਂ ਨੂੰ ਮਾਸਕ ਹੀ ਨਹੀਂ ਪਾਉਣਾ ਹੈ। ਤਾਂ ਕਹਿੰਦੇ ਨਹੀਂ ਇੱਕ ਵਾਰੀ ਫੇਰ ਦਿਖਾ ਦੇ। ਮੈਂ ਦਿਖਾਉਣ ਲੱਗਾ ਆ ਜੀ। ਥੈਂਕ ਯੂ ਫॉर द ਮਾਸਕ। ਅਮਰਪ੍ਰੀਤ ਸਾਡੀ ਦਿਓਲ ਹੈਗੀ ਸਕਾਟਲੈਂਡ ਦੇ ਵਿੱਚ, ਹੁਣ ਮੈਨੂੰ ਮਾਸਕ ਵੀ ਭੇਜ ਦਿੱਤਾ ਜੀ, ਕਿੰਨਾ ਵਧੀਆ ਰੰਗ ਦਾ, ਆਈ ਸਪੋਰਟ ਫਾਰਮਰਾਂ ਵਾਲਾ। ਸੋ ਉਹ ਥੈਂਕ ਯੂ ਜੀ। ਮਾਸਕ ਇੱਦਾਂ ਹੀ ਪਾਈਦਾ, ਆਹ ਦੇਖੋ, ਇਹ ਫਿਰ ਅਰਾਊਂਡ ਯੂਰ ਈਅਰ ਲਾਈਕ ਦਿਸ, ਇੱਦਾਂ ਪਾ ਕੇ ਇਹਨੂੰ ਇੱਦਾਂ ਪਾਈਦਾ। ਹੁਣ ਮੈਂ ਪੁੱਠੇ ਕੰਮ ਹੁਣ ਕਰਾਉਂਦੇ ਹਾਂ, ਆਪਣੇ ਕੰਨ ਵੀ ਬਹੁਤ ਬੜੇ ਆ ਘਰ ਵਾਲੀ ਨੂੰ ਸੁਣ ਕੇ ਨਾ। ਇੱਦਾਂ ਪਾਈਦਾ ਮਾਸਕ, ਆਹ ਦੇਖੋ ਪੈ ਗਿਆ ਨਾ। ਹੁਣ ਇਹ ਜਾਂਦਾ ਨਾਸਾਂ ਦੇ ਉੱਤੇ, ਇੱਦਾਂ ਲਾਈਕ ਦਿਸ, ਹੈ ਨਾ, ਇੱਦਾਂ ਠੋਡੀ ਦੇ ਇੱਦਾਂ ਰਾਊਂਡ, ਇੱਦਾਂ ਨਹੀਂ, ਨਾ ਇੱਦਾਂ ਨਾ ਇੱਦਾਂ। ਨਾਸਾਂ ਕਵਰ ਕਰਨੀਆਂ ਪੈਣੀਆਂ ਤਾਂ ਕਿ ਜਦੋਂ ਤੁਸੀਂ ਸਾਹ ਲੈਂਦੇ ਆ ਤਾਂ ਉਹਦੇ ਵਿੱਚ ਕਰੋਨਾ ਨਾ ਵੜ ਜਾਵੇ। ਕਰੋਨਾ ਇੱਥੋਂ ਵੜਦੀ ਆ ਜੀ, ਤਾਂ ਇੱਥੋਂ ਵੜਦੀ ਆ ਜੀ, ਤਾਂ ਹੋਰ ਕਈ ਗਲੀਆਂ ਵਿੱਚੋਂ ਵੀ ਵੜਦੀ ਆ, ਤਾਂ ਉਹ ਤਾਂ ਤੁਸੀਂ ਢੱਕੇ ਹੋਈ ਰੱਖੋ ਤਾਂ ਵਧੀਆ ਹੈ ਆਪਣੀ ਲਾਈਫ 'ਚ, ਨਹੀਂ ਤਾਂ ਉਹਨਾਂ ਵਿੱਚ ਤਾਂ ਬਹੁਤ ਪ੍ਰੋਬਲਮਾਂ ਪੈ ਜਾਂਦੀਆਂ। ਸੋ ਆਹ ਤੁਸੀਂ ਜੀ ਇੱਦਾਂ ਰੱਖਣਾ ਮਾਸਕ, ਬਹੁਤ ਵਧੀਆ ਲਾ ਕੇ ਜਦੋਂ ਵੀ ਬਾਹਰ ਜਾਣਾ ਆਪਾਂ ਮਾਸਕ ਪਾਉਣਾ ਆ, ਕੋਈ ਤਕਲੀਫ ਨਹੀਂ ਹੋਣੀ ਚਾਹੀਦੀ। ਅੱਗੇ ਮੈਂ ਤੁਹਾਨੂੰ ਬਹੁਤ ਵਧੀਆ ਉਦਾਹਰਨ ਦਿੱਤੀ ਸੀ, ਉਹ ਮੈਂ ਫਿਰ ਨਹੀਂ ਦੱਸੂੰਗਾ ਤੁਹਾਨੂੰ ਉਦਾਹਰਨ, ਬਟ ਯਾ ਹੋਪਫੁਲੀ ਤੁਹਾਨੂੰ ਯੂ ਹੈਵ ਗੋਟ ਦ ਮੈਸੇਜ ਕਿ ਮਾਸਕ ਕਿੱਦਾਂ ਪਾਈਦਾ। ਤਾਂ ਤੁਸੀਂ ਸਾਰੇ ਜੀ ਜੋ ਹੈਗੇ ਆ ਮਾਸਕ ਪਾ ਕੇ ਰੱਖੋ, ਇਹਨੂੰ ਸਹੀ ਪਾਓ ਹੈਂ। ਇੱਕ ਬੰਦਾ ਮੈਂ ਦੇਖਿਆ ਜਿਮ 'ਚ ਸੀਗਾ ਜਦੋਂ ਪਹਿਲਾ ਲੋਕਡਾਊਨ ਹੋਇਆ, ਇੱਥੇ ਬੰਨਿਆ ਤੂੰ ਮਸ਼ੀਨ 'ਤੇ। ਮੈਂ ਕਿਹਾ ਕੀ ਕਰਦਾ, ਮੈਂ ਕਿਹਾ ਤੇਰਾ ਮਾਸਕ, ਕਹਿੰਦਾ ਆ ਦੇ ਭਾਈ ਪਾਇਆ। ਮੈਂ ਕਿਹਾ ਠੋਡੀ 'ਚ ਕਰੋਨਾ ਹੋਣ ਲੱਗੀ ਤੈਨੂੰ, ਇਹ ਮੂੰਹ 'ਤੇ ਪੈਂਦਾ। ਅੱਛਾ ਮੈਂ ਕਿਹਾ ਫਿਰ ਲੈ ਕੇ ਕਾਹਨੂੰ ਆਇਆ, ਕਹਿੰਦਾ ਫਿਰ ਮੈਂ ਐਂਟਰੀ ਨਹੀਂ ਦਿੰਦੇ ਸੀ ਮਾਸਕ ਬਿਨਾਂ। ਮੈਂ ਕਿਹਾ ਉਹਨਾਂ ਨੇ ਮੂੰਹ 'ਤੇ ਕਿਹਾ ਸੀ ਬੰਨਣ ਨੂੰ, ਠੋਡੀਆਂ 'ਤੇ ਲਾਉਣ ਦੇ। ਹਾਂ, ਸੋ ਪਲੀਜ਼ ਆਪਾਂ ਜੋ ਹੈਗਾ ਆ ਮਾਸਕ ਦਾ ਸਹੀ ਇਸਤੇਮਾਲ ਕਰੋ, ਤੁਹਾਡੀ ਜਾਨ ਲਈ ਆ, ਤੁਹਾਡੇ ਫਾਇਦੇ ਲਈ ਆ। ਹਾਲੇ ਕਰੋਨਾ ਗਈ ਨਹੀਂ, ਤੁਹਾਨੂੰ ਮੈਂ ਦੱਸ ਕੇ ਹਟਿਆ 1000 ਬੰਦਾ ਮਰਦਾ ਰੋਜ਼ ਦਾ, ਹੈ ਨਾ। ਆਪਾਂ ਥੋੜ੍ਹੀ ਆਉਣਾ ਉਹ 1000 'ਚ, ਜੇ ਆਉਣਾ ਹੈ ਤਾਂ ਜਾਇਓ ਬਰੋਡਵੇ ਬਿਨਾਂ ਮਾਸਕ ਤੋਂ, ਦੇਖ ਆਉਂਦੇ ਆ। ਤਾਂ ਬਾਕੀ ਆਪਾਂ ਨਹੀਂ ਆਉਣਾ ਉਹਦੇ 'ਚ। ਅਤੇ 30-31 ਹਜ਼ਾਰ ਬੰਦਾ ਇਸ ਵੇਲੇ ਹਸਪਤਾਲਾਂ 'ਚ ਪਿਆ UK ਦੇ ਵਿੱਚ ਕਰੋਨਾ ਦੇ ਨਾਲ, ਤਾਂ ਆਪਾਂ ਉਹਨਾਂ 'ਚ ਗਿਣਤੀ 'ਚ ਨਹੀਂ ਹੋਣਾ। ਆਪਾਂ ਸੇਫ ਹੋਈਏ, ਆਪਣੇ ਟੀਕੇ ਲਵਾਓ। ਤਾਂ ਆਪਣਾ ਪਹਿਲੇ ਟੀਕੇ ਨਾਲ ਵੀ ਬੰਦਾ ਸ਼ੇਰ ਨਹੀਂ, ਜਦ ਤੱਕ 2 ਨਹੀਂ ਲੱਗਦੇ ਨਾ, ਜਦ ਤੱਕ ਤੁਹਾਨੂੰ ਸੇਫਟੀ ਨਹੀਂ ਹੈਗੀ, ਤਾਂ ਫਿਰ ਵੀ ਤੁਹਾਨੂੰ ਪਰਹੇਜ਼ ਕਰਨਾ ਪੈਣਾ, ਕੇਅਰਫੁਲ ਰਹਿਣਾ ਪੈਣਾ ਜਦ ਤੱਕ ਇਹ ਜਾਂਦੀ ਨਹੀਂ। ਹੋ ਸਕਦਾ ਹੈ ਟੀਕਾ ਐਵਰੀ ਈਅਰ ਲਾਉਣਾ ਪਵੇ ਜਿੱਦਾਂ ਫਲੂ ਵਾਲਾ ਲੱਗਦਾ। ਸੋ ਪਲੀਜ਼ ਇਸ ਚੀਜ਼ ਦਾ ਤੁਸੀਂ ਕੇਅਰ ਕਰੋ ਐਂਡ ਬੀ ਕੇਅਰਫੁਲ ਐਂਡ ਬਚੋ। ਐਂਡ ਕਿਉਂਕਿ ਇਹ ਜੋ ਹੈਗੀ ਆ ਇਹ ਬਿਮਾਰੀ ਇਹ ਹਲੇ ਹੈਗੀ ਆ। ਇਹ ਦੁਨੀਆ 'ਚ ਸਾਰੀਆਂ ਚੀਜ਼ਾਂ ਤਾਂ ਹੀ ਚੰਗੀਆਂ ਲੱਗਣੀਆਂ ਜੇ ਸਾਡੀ ਜਾਨ ਬਚੂ,
ਹੈ ਨਾ। ਇਸ ਸਾਲ 'ਚ ਲੱਖ ਬੰਦੇ ਤੋਂ ਜ਼ਿਆਦਾ ਤੁਹਾਨੂੰ ਪਤਾ ਕਿ ਪੂਰਾ ਹੋ ਗਿਆ। ਲੱਖ ਟੱਬਰ ਜੀ ਇੱਕ ਕਿਸਮ ਦੇ ਤਬਾਹ ਹੋਏ। ਉਹਨਾਂ ਵਿੱਚੋਂ ਬੱਚੇ ਵੀ ਮਰੇ ਆ, ਸਾਡੀ ਉਮਰ ਦੇ ਵੀ ਮਰੇ ਆ, 20 ਸਾਲਾਂ ਦੇ ਵੀ ਪੂਰੇ ਹੋਏ ਆ, ਸਿਆਣੇ ਤਾਂ ਪੂਰੇ ਹੋਏ ਹੀ ਆ, ਤੁਹਾਨੂੰ ਪਤਾ ਹੀ ਹੈ। ਇਹ ਕਿਸੇ ਨੂੰ ਨਹੀਂ ਬਖਸ਼ਦੀ ਜੀ। ਇਹ ਜਿਹਨੂੰ ਹੋ ਜਾਵੇ, ਇਹ ਜਿਹੜਾ ਬਚ ਜਾਵੇ ਉਹ ਲੱਕੀ ਆ। ਸੋ ਆਪਾਂ ਉਹ ਅਨਲੱਕੀ ਵਨਸ ਵਿੱਚ ਨਹੀਂ ਹੋਣਾ, ਇਹ ਨਾ ਹੀ ਹੋਵੇ। ਤੇ ਜੇ ਹੋ ਵੀ ਗਿਆ ਤੁਹਾਨੂੰ, ਤੁਸੀਂ ਸ਼ਾਇਦ ਬਚ ਵੀ ਗਏ। ਕਈਆਂ ਨੂੰ ਹੋਇਆ ਤੁਹਾਨੂੰ ਤਾਂ ਤੁਸੀਂ ਬਚ ਗਏ, ਪਰ ਤੁਸੀਂ ਗਾਹਾਂ ਜਿਹੜੇ ਲੋਕਾਂ ਨੂੰ ਦੋਗੇ ਸ਼ਾਇਦ ਉਹ ਨਾ ਬਚਣ। ਸੋ ਇੰਨੇ ਸਵਾਰਥੀ ਨਾ ਬਣੋ ਕਿ ਆਪਾਂ ਕਹੀਏ ਕਿ ਜੀ ਮੈਂ ਤਾਂ ਚਲੋ ਬਚ ਗਿਆ, ਮੈਨੂੰ ਤਾਂ ਹੋ ਗਈ ਸੀ। ਇਹ ਥੋੜ੍ਹੀ ਕਿ ਤੁਸੀਂ ਬਚ ਗਏ ਤਾਂ 20 ਹੋਰਾਂ ਨੂੰ ਮਾਰ ਦੇਣਾ ਤੁਸੀਂ, ਤਾਂ ਸਾਡੇ ਬਜ਼ੁਰਗ ਹੀ ਜਾਂਦੇ ਲੱਗਣ। ਬਹੁਤ ਲੋਕ ਸੀ ਜਿਨ੍ਹਾਂ ਦੀ ਮੌਤ ਹਲੇ ਲਿਖੀ ਹੋਈ ਨਹੀਂ ਸੀ, ਉਹਨਾਂ ਨੇ ਬਹੁਤ ਪਲਾਨਾਂ ਕਰਨੀਆਂ ਸੀਗੀਆਂ। ਅੱਜ ਸਾਡੇ ਲਾਗੇ ਮੇਰਾ ਮਿੱਤਰ ਇੱਕ ਪੂਰਾ ਹੋਇਆ ਜੀ, 50 ਸਾਲਾਂ ਦੀ ਉਮਰ, ਕੁੜੀ ਉਹਦੀ ਵਿਆਹੁਣ ਵਾਲੀ ਹੈ। ਉਹ 6 ਹਫ਼ਤੇ ਵੈਂਟੀਲੇਟਰ 'ਤੇ ਰਿਹਾ ਤੇ ਪੂਰਾ ਹੋਇਆ। ਹੁਣ ਮੈਂ ਇੱਕ ਕੇਸ ਪੜ੍ਹਿਆ ਜੀ ਕਿ ਮੁੰਡਾ ਵੈਂਟੀਲੇਟਰ 'ਤੇ ਸੀ 9 ਦਿਨ ਲਈ ਅਤੇ ਕੋਮੇ 'ਚ ਸੀਗਾ। ਉਹਨੂੰ ਇਹ ਨਹੀਂ ਪਤਾ ਸੀ ਕਿ ਉਹਦੇ ਮੰਮੀ ਡੈਡੀ ਵੀ, ਗੁਜਰਾਤੀ ਪਰਿਵਾਰ ਆ, ਉਹਦੇ ਮੰਮੀ ਡੈਡੀ ਵੀ, ਕਿ ਉਹ ਬਾਅਦ 'ਚ ਆਏ, ਦੋਨਾਂ ਨੂੰ ਹੋ ਗਿਆ, ਉਹ ਵੀ ਨਾਲ ਵੈਂਟੀਲੇਟਰ 'ਤੇ ਪਏ। ਉਹ ਤਿੰਨੇ ਹੀ ਕੋਮੇ 'ਚ। ਉਹਨਾਂ ਨੂੰ ਪਤਾ ਹੀ ਨਹੀਂ ਕਿ ਆਪਾਂ ਇੱਦਾਂ ਹੈ ਨਾ। 24 ਘੰਟਿਆਂ 'ਚ ਤਿੰਨੇ ਹੀ ਪੂਰੇ ਹੋ ਗਏ। ਉਹਨਾਂ ਦਾ ਰਿਸ਼ਤੇਦਾਰ ਕਹਿ ਰਿਹਾ ਸੀ ਮੈਂ ਹੁਣ 3 ਦਾਗ ਪ੍ਰਪੇਅਰ ਕਰ ਰਿਹਾ, 3 ਦਾਗ ਇੱਕ ਟਾਈਮ 'ਤੇ। ਸੋ ਦੀਜ਼ ਆਰ ਆਲ ਟਰੂ ਸਟੋਰੀਜ਼, ਹੈ ਨਾ। ਕੋਈ ਇਹਦੇ ਬਾਰੇ ਝੂਠ ਤਾਂ ਬੋਲਣਾ ਚਾਹੁੰਦਾ ਨਹੀਂ। ਅਤੇ ਤੁਸੀਂ ਆਪਣਾ ਮਾਈਂਡ ਆਪ ਬਣਾਓ। ਜੇ ਤੁਸੀਂ ਵੈਕਸੀਨ ਨਹੀਂ ਲਵਾਉਣੀ, ਅਗਲੇ ਤਾਂ ਲਵਾਉਣੀ ਚਾਹੀਦੀ, ਜੇ ਤੁਸੀਂ ਨਹੀਂ ਲਵਾਉਣੀ ਤਾਂ ਫਿਰ ਤੁਸੀਂ ਆਪਣੀ ਸੇਫਟੀ ਤਾਂ ਰੱਖੋ, ਹੈ ਨਾ। ਬਹੁਤ ਲੋਕ ਕਹਿੰਦੇ, ਮੈਨੂੰ ਫੋਨ ਆਏ ਬੰਦਿਆਂ ਦੇ, ਮੈਨੂੰ ਬੜੀ ਸ਼ਰਮ ਆਉਂਦੀ ਹੈ ਇਸ ਗੱਲ 'ਤੇ। ਫਿਰ ਕਹਿੰਦੇ ਹਰਜਾਬ ਗਾਲਾਂ ਕੱਢਦਾ, ਤਾਂ ਹੋਰ ਮੈਂ ਹੁਣ ਤੁਹਾਨੂੰ ਮੈਡਲ ਦੇਵਾਂ। ਤੂੰ ਇਹ ਕਿਉਂ ਕਹਿ ਰਿਹਾ ਕਿ ਵੈਕਸੀਨ ਲਵਾਓ, ਮੇਰੇ ਮੰਮੀ 'ਤੇ ਪ੍ਰਭਾਵਿਤ ਪਾ ਰਿਹਾ, ਤੂੰ ਕਿਉਂ ਕਹਿ ਰਿਹਾ ਇੱਦਾਂ। ਮੈਂ ਕਿਹਾ ਫਿਰ ਤੂੰ ਕੀ ਚਾਹੁੰਦਾ ਕਿ ਨਾ ਹੋਣ। ਤੈਨੂੰ ਵੈਕਸੀਨ ਦਾ ਸਾਈਡ ਇਫੈਕਟ ਪਤਾ? ਮੈਂ ਕਿਹਾ ਤੈਨੂੰ ਕਰੋਨਾ ਦਾ ਸਾਈਡ ਇਫੈਕਟ ਪਤਾ? ਕਰੋਨਾ ਦਾ ਸਾਈਡ ਇਫੈਕਟ ਮੌਤ ਆ। ਕਿ ਵੈਕਸੀਨ ਤੋਂ ਹਜੇ ਤੱਕ ਸੁਣਿਆ ਕਿ ਕੋਈ ਬੰਦਾ ਮਰਿਆ? ਜੇ ਮਰਿਆ ਹੁੰਦਾ ਤਾਂ ਹੁਣ ਤੱਕ ਤਾਂ ਨਿਊਜ਼ 'ਤੇ ਆ ਜਾਣੀ ਸੀ ਸਾਰੀ। ਵੈਕਸੀਨ ਨਾਲ ਤਾਂ ਕੋਈ ਬਚੂਗਾ ਹੀ। ਸੋ ਇਹ ਤੁਸੀਂ, ਜੇ ਤੁਸੀਂ ਸਿਆਣੇ ਆ ਤਾਂ ਤੁਸੀਂ ਮੇਰੇ ਅੰਦਰ, ਤੁਹਾਨੂੰ 36 ਬਿਮਾਰੀਆਂ ਆ ਤਾਂ ਤੁਸੀਂ ਇਹ, ਤੁਹਾਨੂੰ ਕੋਈ ਘਾਟੇ ਦਾ ਸੌਦਾ ਨਹੀਂ। ਮੈਂ ਹੁਣ ਕਿੰਨੇ ਡਾਕਟਰਾਂ ਤੋਂ ਤੁਹਾਨੂੰ ਬਿਆਨ ਲੈ ਕੇ ਆਇਆ। ਉਹ ਮੈਂ ਇੱਦਾਂ ਦਾ ਬੰਦਾ ਨਹੀਂ ਜੋ ਕਿ ਤੁਹਾਨੂੰ ਕਹੂੰਗਾ ਕਿ ਕਰੋ ਤਾਂ ਮੈਂ ਆਪ ਖੁਦ ਨਾ ਕਰਾਂ। ਤੁਹਾਨੂੰ ਪਤਾ ਆ ਕੌਣ ਗੱਲ ਕਰ ਰਿਹਾ ਇੱਥੇ ਬਹਿ ਕੇ, ਹੈ ਨਾ। ਸੋ ਆਪਾਂ, ਤੁਸੀਂ ਕਿੰਨੇ ਸਾਲਾਂ ਤੋਂ ਮੇਰੇ ਨਾਲ ਜੁੜੇ ਆ। ਜੇ ਮੈਂ ਝੂਠ ਬੋਲਣਾ ਸੀ ਤਾਂ ਤੁਸੀਂ 12 ਸਾਲਾਂ 'ਚ ਸਪੋਟ ਕਰ ਲੈਣਾ ਸੀ ਕਿ ਇਹ ਬੰਦਾ ਝੂਠਾ ਆ, ਮਕਾਰ ਆ, ਜਾਂ ਜੋ ਵੀ ਆ। ਆਪਾਂ ਦਾ ਸਟਾਈਲ ਹੀ ਨਹੀਂ ਇੱਦਾਂ। ਸੋ ਮੈਂ ਆਪਣੇ ਡੈਡੀ ਦੇ ਲਵਾਇਆ, ਪਿਛਲੇ ਹਫ਼ਤੇ ਮੰਮੀ ਦੇ ਲੱਗਾ, ਕੱਲ੍ਹ ਨੂੰ ਮੇਰੇ ਲੱਗਣ ਲੱਗਾ। ਸੋ ਆਪਾਂ ਵੀ, ਯੂ ਨੋ, ਆਈ ਐਨ ਐਗਜ਼ਾਮਪਲ, ਆਈ ਪੁੱਟ ਮਾਈ ਮਨੀ ਵੇਅਰ ਮਾਈ ਮਾਊਥ ਇਜ਼। ਸੋ ਉਸ ਚੀਜ਼ 'ਤੇ ਤੁਸੀਂ ਲਵਾ ਲਓ। ਨਾ ਸੁਜੈਸਟ ਯੂ, ਇਹਦਾ ਕੋਈ ਘਾਟਾ ਨਹੀਂ ਹੋਣਾ, ਇਹਦਾ ਫਾਇਦਾ ਹੀ ਹੋਣਾ ਤੁਹਾਨੂੰ। ਫਾਇਦਾ ਹੋ ਜੂ, ਜਾਨ ਬਚੂ ਤੁਹਾਡੀ। ਜੇ ਕਰੋਨਾ ਆ ਵੀ ਗਿਆ ਤਾਂ ਇਹੀ ਚੀਜ਼ ਨੇ ਲੜਨਾ ਉਹਦੇ ਖਿਲਾਫ। ਲੋਹੇ ਨੂੰ ਲੋਹਾ ਹੀ ਕੱਟਦਾ, ਕਿੰਨੀ ਪੁਰਾਣੀ ਕਹਾਵਤ ਹੈ ਪੰਜਾਬੀ ਦੀ, ਹੈ ਨਾ। ਸੋ ਇਹਨੂੰ ਇਹ ਟੀਕਾ ਹੀ ਕੱਟੂਗਾ, ਤੁਹਾਡੀ ਜਾਨ ਬਚੂਗੀ। ਜਾਨ ਬਚੀ ਤਾਂ ਲੱਖਾਂ ਪਾਏ। ਸੋ ਆਪਾਂ ਉਸ ਚੀਜ਼ ਨੂੰ ਸੀਰੀਅਸਲੀ ਲਈਏ। ਰਹੀ ਗੱਲ ਜੀ ਮੇਰੀ ਕਿ ਭਰੋਸੇ ਵਾਲਾ ਆ ਜਾਂ ਨਹੀਂ, ਮੈਨੂੰ ਬੜੀ ਹੈਰਾਨੀ ਦੀ ਗੱਲ ਆਉਂਦੀ ਆ ਕਿ ਮੈਂ ਜੋ ਪਿਛਲੇ ਹਫ਼ਤੇ ਦੱਸਿਆ ਸੀ ਵਰਕ ਪਰਮਿਟਾਂ ਬਾਰੇ, ਉਹਦੇ ਬਾਰੇ ਲੋਕ ਫੋਨ ਕਰਕੇ, ਇਹ ਭਾਜੀ ਸਹੀ ਖਬਰ ਆ, ਤੁਸੀਂ ਸੱਚ ਬੋਲਦੇ ਹੋ? ਮੈਂ ਕਿਹਾ ਨਹੀਂ, ਮੈਂ ਝੂਠ ਬੋਲਦਾ। ਮੈਂ ਬਸ ਪਿਛਲੇ 15 ਸਾਲ ਤੋਂ ਝੂਠ ਹੀ ਬੋਲ ਰਿਹਾ, ਤਾਂ ਹੀ ਤਾਂ ਸ਼ੋਅ ਦੇਖਦੇ ਲੋਕ। ਮੈਂ ਜੋ ਵੀ ਕੁਛ ਕਿਹਾ ਝੂਠ ਹੈ। ਮੈਂ ਕਿਹਾ ਤੁਸੀਂ ਫੋਨ ਕਿਹਨੂੰ ਕਰ ਰਹੇ ਆ? ਉਹ ਬੋਲ ਕਹਿਣਾ ਰਹੇ ਆ, ਤੁਹਾਨੂੰ ਪਤਾ ਨਹੀਂ। ਅੱਛਾ, ਜਿਹੜੇ ਝੂਠ ਬੋਲਦੇ ਆ ਉਹਨਾਂ ਨੂੰ ਝੱਟ ਸੱਚ ਮੰਨ ਦਿੰਦੇ ਹੋ ਜਨਤਾ। ਇਹ ਦੁਨੀਆ ਉਲਟੀ ਹੋ ਗਈ, ਅੱਜ ਦੀ ਨਹੀਂ, ਕਾਫੀ ਚਿਰਾਂ ਦੀ, ਪਰ ਹੁਣ ਜ਼ਿਆਦਾ। ਖਾਸ ਤੌਰ 'ਤੇ ਸਾਡੀ ਨਵੀਂ ਪੀੜ੍ਹੀ ਜਿਹੜੀ ਹੁਣ ਆਈ ਹੈ ਨਾ, ਸਟੂਡੈਂਟ ਸਾਡੇ, ਇਹ ਤਾਂ ਬੱਚੇ ਥੋੜ੍ਹੇ ਹੈ ਇੱਦਾਂ ਹੀ ਆ। ਅਤੇ ਮੈਂ ਤੁਹਾਨੂੰ ਫਿਰ ਦੱਸ ਦਿੰਦਾ ਜੀ ਰੂਲਸ ਜੋ ਕਿਹਾ। ਰੂਲਸ ਇਹ ਹੈ ਜੀ ਕਿ
ਜਿਹੜੇ ਲੋਕ ਸਟੂਡੈਂਟ ਵੀਜ਼ਿਆਂ ਤੇ ਆ, ਅੱਗੇ ਰੂਲ ਇਹ ਕਹਿੰਦੇ ਸੀ ਕਿ ਤੁਹਾਨੂੰ ਆਪਣਾ ਕੋਰਸ ਪੂਰਾ ਕਰਕੇ ਫਿਰ ਵਰਕ ਪਰਮਿਟ ਵਿੱਚ ਤੁਸੀਂ ਸਵਿਚ ਕਰਨ ਦੀ ਕੋਸ਼ਿਸ਼ ਕਰ ਸਕਦੇ ਆ। ਉਹਦੇ 'ਚ ਹੁਣ ਦਿੱਕਤਾਂ ਇਹ ਆਉਂਦੇ ਸੀਗੇ ਕਿ ਪਹਿਲਾਂ ਤਾਂ ਕੋਰਸ 3 ਸਾਲ ਦਾ ਜਾਂ ਸਾਲ ਦਾ ਹੁੰਦਾ ਸੀ, ਵੀਜ਼ਾ ਹੀ ਉਹ ਤੋਂ 3 ਮਹੀਨੇ ਦਾ ਵਾਧੂ ਦਿੰਦੇ ਸੀ। ਹੁਣ ਤੁਸੀਂ ਜਦੋਂ ਕੋਰਸ ਫਿਨਿਸ਼ ਕਰ ਲਿਆ 3 ਮਹੀਨਿਆਂ 'ਚ ਕੀ ਵਰਕ ਪਰਮਿਟ ਲੱਗਣਾ ਕੀ ਨਹੀਂ, ਜਦੋਂ ਬੰਦਾ ਇੰਪਲੋਇਰ ਲੱਭਦਾ ਤੇ ਉਹ ਲਾਇਸੈਂਸ ਅਪਲਾਈ ਕਰਨ ਲਈ ਤੇ ਟਾਈਮ ਹੈ ਨਹੀਂ। ਜੇ ਇੰਪਲੋਇਰ ਲੱਭ ਵੀ ਲਿਆ ਉਹਨਾਂ ਕੋਲ ਲਾਇਸੈਂਸ ਨਹੀਂ ਹੁੰਦੇ ਸੀ, ਜੇ ਲਾਇਸੈਂਸ ਹੁੰਦੇ ਸੀ ਉਹਨਾਂ ਨੇ ਪਹਿਲਾਂ ਹੀ ਬੰਦੇ ਰੱਖੇ ਹੋ ਸੀ, ਉਹ ਮੰਨਦੇ ਨਹੀਂ ਸੀ। 3 ਮਹੀਨੇ ਦਾ ਟਾਈਮ ਹੁੰਦਾ ਸੀ। ਵਰਚੁਅਲੀ ਬਹੁਤ ਭਾਗਾਂ ਵਾਲਾ ਹੀ ਸਵਿਚ ਕਰਦਾ ਸੀਗਾ, ਨਹੀਂ ਤਾਂ ਸਵਿਚਿੰਗ ਹੁੰਦੀ ਨਹੀਂ ਸੀ। ਹੁਣ ਜੋ ਨਵੇਂ ਰੂਲਸ ਆਏ ਆ ਜੀ, ਔਰ ਉਹ ਵੀ ਮੈਂ ਦੱਸਦਾ ਤੁਹਾਨੂੰ, ਉਹਦੇ 'ਚ ਇਹ ਕਿਹਾ ਹੈ ਕਿ ਤੁਹਾਨੂੰ ਹੁਣ ਕੋਰਸ ਕੰਪਲੀਟ ਕਰਨ ਦੀ ਲੋੜ ਨਹੀਂ, ਤੁਸੀਂ ਕਿਸੇ ਟਾਈਮ ਵੀ ਸਵਿਚ ਕਰ ਸਕਦੇ ਆ ਫਰਮ ਅ ਸਟੂਡੈਂਟ ਇਨਟੂ ਅ ਵਰਕ ਪਰਮਿਟ। ਸੋ ਜਿਨ੍ਹਾਂ ਕੋਲ 3-3 ਸਾਲ ਦੇ ਵੀਜ਼ੇ ਪਏ ਆ ਉਹ ਭਾਵੇਂ 2 ਮਹੀਨੇ ਆ ਕੇ ਵੀ ਇੱਥੇ ਸਵਿਚ ਕਰ ਸਕਦੇ ਆ ਵਰਕ ਪਰਮਿਟ 'ਚ। ਉਹਦੇ ਲਈ ਇੰਪਲੋਇਰ ਚਾਹੀਦਾ ਜਿਹਦੇ ਕੋਲ ਸਪੋਂਸਰ ਲਾਇਸੈਂਸ ਹੋਵੇ। ਹੁਣ ਮੇਰੇ ਕੋਲ ਉਹ ਵੀ ਆਉਂਦੇ ਹੁਣ ਸਟੂਡੈਂਟ, ਨਹੀਂ ਭਾਈ ਸਾਡੇ ਇੰਪਲੋਇਰ ਕੋਲ ਲਾਇਸੈਂਸ ਤਾਂ ਹੈਗਾ ਆ। ਮੈਂ ਕਿਹਾ ਕਿੱਦਾਂ ਲਾਇਸੈਂਸ ਹੈਗਾ? ਨਹੀਂ ਜਿੱਦਾਂ ਦਾ ਹੁੰਦਾ ਆ, ਕਈ ਤਾਂ ਡਰਾਈਵਿੰਗ ਲਾਇਸੈਂਸ ਨੂੰ ਹੀ ਲਾਇਸੈਂਸ ਮੰਨੀ ਜਾਂਦੇ ਆ, ਸੱਚੀ ਗੱਲ ਆ। ਅਤੇ ਇੱਕ ਕਹਿੰਦਾ ਨਹੀਂ ਭਾਅ ਜੀ ਰਜਿਸਟਰਡ ਆ। ਮੈਂ ਕਿਹਾ ਅੱਛਾ, ਉਹ ਦੇਖੋ ਹਰ ਕੰਪਨੀ ਨੂੰ ਰਜਿਸਟਰ ਹੋਣਾ ਪੈਂਦਾ, ਉਹਨੂੰ ਵੀ ਲਾਇਸੈਂਸ ਸਮਝੀ ਆਈਦੇ ਆ। ਲਾਇਸੈਂਸ ਹੁੰਦਾ UKVA ਵਾਲਾ Tier 2 ਸਪੋਂਸਰਸ਼ਿਪ ਲਾਇਸੈਂਸ ਹੋਵੇ, ਉਹ ਬਹੁਤ ਘੱਟ ਕੰਪਨੀਆਂ ਕੋਲ ਹੈਗਾ। ਬਟ ਹੁਣ ਆਪਾਂ ਪਿਛਲੇ ਹਫਤੇ ਜੋ ਹੈਗਾ, ਪਿਛਲੇ ਮਹੀਨੇ ਵਿੱਚ ਮੈਂ ਕੰਪਨੀਆਂ ਦਾ ਬਹੁਤ ਅਪਲਾਈ ਕੀਤਾ, ਬਹੁਤ ਕੰਪਨੀਆਂ ਆਈਆਂ। ਕੰਪਨੀਆਂ ਕਿਹੜੀਆਂ ਕਰ ਸਕਦੀਆਂ ਤੁਹਾਨੂੰ ਐਮਪਲੋਏ? ਹੋਟਲਸ, ਰੈਸਟੋਰੈਂਟਸ, ਪਬਸ, ਬਿਲਡਰਸ, ਡਬਲ ਗਲੇਜ਼ਿੰਗ ਵਾਲੀਆਂ, ਟਰਾਂਸਪੋਰਟ ਵਾਲੀ ਕੰਪਨੀਆਂ, ਵੇਅਰ ਹਾਊਸਾਂ, ਸ਼ਾਪਾਂ ਜਿੱਦਾਂ ਵੱਡੇ ਗਰੋਸਰੀ ਸਟੋਰ ਹੁੰਦੇ, ਜਿੱਦਾਂ ਲੋਕਲ ਨਾਈਸਾ ਸ਼ਾਪਸ ਹੁੰਦੇ ਆ, ਔਰ ਟੈਸਕੋ ਲੋਕਲ ਵਾਲੀਆਂ ਇੱਦਾਂ ਸ਼ਾਪਾਂ ਹੁੰਦੀਆਂ, ਕੇਅਰ ਹੋਮਸ, ਜਾਂ ਹੋਰ ਵੀ ਬਹੁਤ ਲਿਸਟਾਂ ਆ ਜੀ, ਐਡੀ ਲਿਸਟ ਆ। ਆਹ ਦੇਖੋ ਔਰ ਜੋਬਾਂ ਜਿਹੜੀਆਂ ਹੈਗੀਆਂ, ਟੇਲਰ, ਮਸ਼ੀਨਿਸਟ ਜਿਹੜੇ ਸ਼ੂ ਬਣਾਉਂਦੇ ਆ, ਉਹ ਕਰਟਨ ਬਣਾਉਣ ਵਾਲੇ, ਕੱਪੜਿਆਂ ਦੀ ਫੈਕਟਰੀਆਂ, ਪ੍ਰਿੰਟਰ, बिल्डर में कहता इलेक्ट्रिशियंस, IT इंजीनियर्स, डेंटिस्ट्स, केयर वर्कर्स, और क्या है पढ़ी रहना, सेल्स कंपनियां, so many, there are so many जो है। ਇਹ ਫਿਰ ਇਹਨਾਂ ਨੇ ਗਰਾਜ ਵਾਲੇ ਜਿਹੜੇ ਕਾਰਾਂ ਸਵਾਰਦੇ ਆ, ਏਅਰ ਕੰਡੀਸ਼ਨਿੰਗ ਦੇ ਜੋ ਹੈਗੇ ਆ, ਵੈਲਡਰਸ, ਪਾਈਪ ਫਿਟਰਸ, ਟੂਲ ਮੇਕਿੰਗ ਫੈਕਟਰੀਜ਼, ਜਿਨ੍ਹਾਂ ਕੋਲ ਫਾਰਮ ਆ ਉਹ ਮੈਨੇਜਰਸ ਮੰਗਾ ਸਕਦੇ ਆ, ਫਾਰਮਿੰਗ ਮੈਨੇਜਰਸ ਜੋ ਹੈਗੇ ਆ। ਫਾਰਮ ਵੀਜ਼ਾ ਨਹੀਂ ਇਹ ਜਿਹੜੇ ਉਹ ਮੈਨੇਜਰਸ ਰੱਖ ਸਕਦੇ ਆ। ਸਾਡੇ ਕੋਲ ਕਾਫੀ ਮੈਂ ਫਾਰਮਾਂ ਦੇ ਅਪਲਾਈ ਕੀਤੇ ਹੋ ਲਾਇਸੈਂਸਿਸ ਤਾਂ ਕਾਫੀ ਆ ਵੀ ਹੈ। ਹੋਰ ਕਿਹੜੇ ਇਹਦੇ ਵਿੱਚ? ਹੈਲਥ ਐਂਡ ਸੇਫਟੀ ਵਾਲੀ ਕੰਪਨੀਆਂ, ਵਕੀਲ ਫਰਮਸ, so many, I can go on. Gymmar, if you got a gym, you can call people over, you can help students out to switch them, you can employ them full time. TV stations, radio stations, ਤੁਸੀਂ ਕਹਿ ਸਕਦੇ ਹੋ। ਬਹੁਤ ਜੋਬਾਂ ਹੈ ਜੀ ਇਹਦੇ ਵਿੱਚ। ਰਾਈਟ, ਇਹਨਾਂ ਨੇ ਕਿਉਂ ਖੋਲ੍ਹੀਆਂ ਆ, ਕਿਉਂ ਨਹੀਂ? ਰਾਈਟ, ਜਦੋਂ ਬ੍ਰੈਗਜ਼ਿਟ ਇਹਦੀ ਸਲਾਹ ਕਰਦੇ ਸੀ ਨਾ, ਇਹਨਾਂ ਦੀ ਕਮੇਟੀ ਹੁੰਦੀ ਆ ਮਾਈਗ੍ਰੇਸ਼ਨ ਐਡਵਾਈਜ਼ਰੀ ਕਮੇਟੀ। ਸੋ ਉਹ ਮਿਲੀ ਆ, ਉਹ ਇੱਕ ਲਿਸਟ ਜੋਬਾਂ ਦੀ ਪ੍ਰੋਡਿਊਸ ਕਰ ਰਹੀ ਹੈ ਕਿ ਇਹ ਜੋਬਾਂ 'ਚ ਸਾਨੂੰ ਲੋੜ ਪੈਣੀ ਹੈ, ਇਹ ਬਿਜ਼ਨਸਾਂ ਨੂੰ ਲੋੜ ਪੈਣੀ ਆ। ਸੋ ਕਿਉਂਕਿ ਹੁਣ ਨਵਾਂ ਬ੍ਰੈਗਜ਼ਿਟ ਹੋਇਆ, ਆਹ ਜੋਬਾਂ ਲਿਸਟ 'ਤੇ ਹੈਗੀਆਂ। ਅਗਲੇ ਸਾਲ ਇਹਨਾਂ ਨੇ ਫਿਰ ਮੀਟ ਕਰਨਾ ਅਤੇ ਇਹਨਾਂ ਨੇ ਹੋਰ ਜੋਬਾਂ ਜੋ ਹੈਗੀਆਂ ਇਹਦੇ 'ਚੋਂ ਕੱਢ ਕੇ ਲਿਸਟ ਛੋਟੀ ਕਰ ਦੇਣੀ ਆ। ਆਈਡੀਆ ਇਹ ਹੋਣਾ। ਸੋ ਤੁਹਾਨੂੰ ਮੈਂ ਤਾਂ ਹੁਣ ਕਹਿ ਰਿਹਾ ਤਾਂ ਕਿ ਅਗਲੇ ਸਾਲ ਤੋਂ ਪਹਿਲਾਂ ਤੁਸੀਂ ਆਪਣਾ ਸਵਿਚਿੰਗ ਕਰਾ ਲਓ, ਨਹੀਂ ਤਾਂ ਤੁਸੀਂ ਜੇ ਵੇਟ ਕਰੋਗੇ ਤਾਂ ਬਾਅਦ 'ਚ ਤੁਹਾਡੀ ਉਹ ਨਹੀਂ ਹੋਇਆ ਇੰਪਲੋਇਰ ਲਿਸਟ 'ਤੇ, ਤਾਂ ਫਿਰ ਤੁਸੀਂ ਰੋਣਾ ਕਿ ਆਪਾਂ ਮੌਕਾ ਗਵਾ ਚੁੱਕੇ ਹਾਂ। ਰੋਣਾ ਕੀ, ਪਿੱਟਣਾ ਮੈਂ ਕਹਿਣਾ ਚਾਹੁੰਦਾ ਸੀ, ਮੇਰਾ ਖਿਆਲ ਪਿੱਟੂਗਾ ਹੀ, ਰੋਵੋਗੇ ਤਾਂ ਘੱਟ। ਰੋਂਦਾ ਤਾਂ ਬੰਦਾ ਆਮ ਹੁੰਦਾ ਹੈ ਨਾ। ਹਾਂ, ਇਹ ਤਾਂ ਫਿਰ ਪਿੱਟਣ ਵਾਲੀ ਗੱਲ ਹੈ ਕਿ ਆਪਾਂ ਮੌਕਾ ਗਵਾਤਾ। ਜੇ ਤੁਹਾਡੇ ਕੋਲ ਇੰਪਲੋਇਰ ਹੈਗਾ ਤਾਂ ਉਹਦੇ ਕੋਲ ਲਾਇਸੈਂਸ ਨਹੀਂ, ਤਾਂ ਸਾਰੀ ਦਿਹਾੜੀ ਆਪਾਂ ਇਹੀ ਅਪਲਾਈ ਕਰ ਰਹੇ ਹਾਂ ਲਾਇਸੈਂਸਿਸ। ਤਾਂ ਤੁਸੀਂ ਕਹੋਗੇ ਜੀ ਇਹਦੇ ਵਿੱਚ ਲੱਗੇ ਵੀ ਆ ਲੋਕਾਂ ਦੇ ਜਾਂ ਨਹੀਂ?
ਤੁਹਾਨੂੰ ਪਤਾ ਮੈਂ ਉਹ ਕੋਈ ਕੰਮ ਨਹੀਂ ਕਰਦਾ ਜਿਹਦੇ ਵਿੱਚ ਮੈਨੂੰ ਲੱਗੇ ਕਿ ਡਾਮਾ ਡੋਲ ਵਾਲਾ ਕੰਮ ਹੋਵੇ। ਮੈਂ ਪਹਿਲਾਂ ਕਰਕੇ ਹਟਦਾ ਤਾਂ ਤੁਹਾਨੂੰ ਦੱਸਦਾ, ਭਾਵੇਂ ਉਹ ਪੋਰਚੁਗਲ ਦੀ ਸਕੀਮ ਹੋਵੇ, ਭਾਵੇਂ ਉਹ ਵਰਕਿੰਗ ਹੌਲੀਡੇ ਮੇਕਰਸ ਹੋਣ, ਭਾਵੇਂ ਇਹ ਹੋਵੇ, ਰਾਈਟ। ਸੋ ਆਲਰੇਡੀ ਤੁਹਾਡੇ ਸੋਚਦੇ ਆ 4 ਬੰਦੇ ਤਾਂ ਇਸ ਹਫ਼ਤੇ ਆਪਣਾ ਵੀਜ਼ਾ ਲੈ ਵੀ ਗਏ, ਨਾਲੇ ਸਵਿਚ ਹੋ ਗਏ, ਨਾਲੇ ਫੀਸਾਂ ਬਚੀਆਂ, ਨਾਲੇ ਹੁਣ ਪੜ੍ਹਨ ਦੀ ਨਹੀਂ ਲੋੜ, ਨਾਲੇ ਫੁੱਲ ਟਾਈਮ ਕੰਮ ਕਰ ਸਕਦੇ ਆ ਇਹਦੇ ਫਾਇਦੇ। ਬਾਕੀ ਹੁਣ ਤੁਹਾਡੇ ਉੱਤੇ ਆ, ਉਹ ਤੁਸੀਂ ਕਿੱਦਾਂ ਕਰਨੀ। ਮੇਰਾ ਜੌਬ ਸੀ ਤੁਹਾਨੂੰ ਇਨਫੋਰਮੇਸ਼ਨ ਦੇਣਾ ਜੋ ਮੈਂ ਦੇ ਰਿਹਾ, ਔਰ ਅੱਜ ਤੋਂ ਨਹੀਂ ਦੇ ਰਿਹਾ, ਮੈਂ ਤੁਹਾਨੂੰ ਪਿਛਲੇ 13 ਸਾਲ ਤੋਂ ਦੇ ਰਿਹਾ, 14 ਤੋਂ 2007 ਦਾ ਦੇ ਰਿਹਾ, ਐਵਰੀ ਵੀਕ ਦੇ ਰਿਹਾ, ਭਾਵੇਂ ਉਹ ਕੋਵਿਡ ਬਾਰੇ ਆ, ਭਾਵੇਂ ਇਮੀਗ੍ਰੇਸ਼ਨ ਬਾਰੇ ਆ, ਭਾਵੇਂ ਹੋਰ ਕਮਿਊਨਿਟੀ ਇਸ਼ੂਜ਼ ਬਾਰੇ ਆ, ਆਪਾਂ ਤੁਹਾਨੂੰ ਇਨਫੋਰਮੇਸ਼ਨ ਦੇਈਦਾ ਆ। ਸੋ ਦੈਟਸ ਆਪਾਂ ਅੱਜ ਵੀ ਇਹ ਇਨਫੋਰਮੇਸ਼ਨ ਦਿੱਤਾ ਹੈ। ਬਾਕੀ ਫੋਨ ਕਰਨ ਦੀ ਲੋੜ ਨਹੀਂ ਮੈਨੂੰ ਮੋਬਾਈਲ 'ਤੇ, ਵਟਸਐਪ ਭੇਜਣ ਦੀ ਲੋੜ ਨਹੀਂ, ਇੰਸਟਾਗ੍ਰਾਮ 'ਤੇ ਮੈਸੇਜ ਭੇਜਣ ਦੀ ਲੋੜ ਨਹੀਂ, ਫੇਸਬੁੱਕ 'ਤੇ ਮੈਸੇਂਜਰ ਤੇ ਭੇਜਣ ਦੀ ਲੋੜ ਨਹੀਂ। ਮੈਂ ਤੁਹਾਡਾ ਬॉयਫ੍ਰੈਂਡ ਜਾਂ ਗਰਲਫ੍ਰੈਂਡ ਨਹੀਂ ਜਿਹਨੂੰ ਤੁਸੀਂ ਮੈਨੂੰ ਇੰਸਟਾਗ੍ਰਾਮ 'ਤੇ ਮੈਸੇਜਾਂ ਭੇਜੋ ਅੱਧੀ ਰਾਤ ਨੂੰ, ਹੈ ਨਾ। ਆਪਾਂ ਵਕੀਲ ਬੰਦੇ ਆ, ਆਹ ਵਕੀਲਾਂ ਨੂੰ ਆ ਕੇ ਦਫ਼ਤਰਾਂ 'ਚ ਮਿਲੋ, ਆਪਣਾ ਡਿਸਕਸ਼ਨ ਕਰ ਲਓ, ਤਾਂ ਜੋ ਤੁਹਾਡਾ ਮਸਲਾ ਉਹਦੀ ਹੱਲ ਲੱਭਣ ਦੀ ਕੋਸ਼ਿਸ਼ ਕਰਦੇ ਆ, ਰਾਈਟ। Johnny ਦਾ ਮੈਸੇਜ ਆ, ਕਿੱਦਾਂ ਹਰਜਾਪ, looking good bro, what can I say, good show always and very entertaining, you can tell ਸਾਡੀ ਜਨਤਾ day in day out but they are teat, never listen, keep up the good work, thank you Johnny। ਚਲੋ they've been teat for the last 15 years, ਆਪਾਂ ਫਿਰ ਵੀ ਆਈਦਾ। ਤੋਚੀ ਦਾ ਮੈਸੇਜ ਆ, well done ਹਰਜਾਪ, keep up the good work, bless you and your family, thank you very much। ਅਮਨ ਕੌਰ ਦਾ ਮੈਸੇਜ ਆ, hi ਹਰਜਾਪ, can you wish our mum Karamjeet Kaur from Southampton a blessed happy birthday। So Karamjeet Kaur from Southampton, happy birthday to you, love from her son Daljit and daughter Aman, we all love and watch your show every week and would like to wish everyone good health। Thank you Aman, what a lovely message। ਲੈ ਤਾਂ ਮੈਸੇਜ ਹੀ ਬਹੁਤ ਵਧੀਆ ਆਇਆ। ਹੋਰ ਮੈਨੂੰ ਕਿਹੜੇ ਆਏ ਆ, ਬਥੇਰੇ ਮੈਸੇਜ ਆਉਂਦੇ ਭਰਾਵਾ, ਹੁਣ ਕਿਹੜਾ ਪੜ੍ਹੀਏ, ਰਾਈਟ। ਹੋਰ ਜੀ, ਆਈ ਥਿੰਕ ਦੈਟਸ ਇਟ। ਆਪਾਂ ਚਲੋ ਇੰਨਾ ਕੀ ਬਹੁਤ ਹੈ, ਮੇਰਾ ਖਿਆਲ 1 ਮਿੰਟ ਰਹਿ ਗਿਆ ਅਤੇ ਲੈਟਸ ਟਰਾਈ ਐਂਡ ਰੈਪ ਅਪ। ਲੋਕ ਪੁੱਛਦੇ ਭਾਜੀ ਅਤੇ ਤੁਸੀਂ ਕਿੱਥੇ ਆ ਇਸ ਵੀਕ। ਦੇਖੋ ਜੀ, ਮੰਡੇ ਮੈਂ ਸਾਊਥ ਹਾਲ ਨਹੀਂ, ਹੁਣ ਆਪਾਂ ਬ੍ਰੈਂਟਫੋਰਡ ਹੈ, ਸਾਊਥ ਹਾਲ ਚੜ੍ਹੇ ਆ ਨਾ। ਸੋ ਵੈਨਸਡੇ ਆਪਾਂ ਵਨਡੇ ਉੱਥੇ ਆ, ਟਿਊਜ਼ਡੇ ਬਰਮਿੰਘਮ 'ਚ ਹੋਣ ਦੀ ਕੋਸ਼ਿਸ਼ ਕਰਨੀ ਆ, ਐਂਡ ਵੈਨਸਡੇ ਫਿਰ ਲੰਡਨ, ਥਰਸਡੇ ਫਿਰ ਬਰਮਿੰਘਮ। ਆਪਾਂ ਜੀ ਸਕਾਈਪ ਰਾਹੀਂ, ਜ਼ੂਮ ਰਾਹੀਂ ਕਾਫੀ ਅਪਾਇੰਟਮੈਂਟਸ ਕਰ ਰਹੇ ਹਾਂ, ਪਰ ਜਿਹੜੀ ਕੋਈ ਐਮਰਜੈਂਸੀ ਅਪਾਇੰਟਮੈਂਟ ਆ ਉਹ ਫੇਸ ਟੂ ਫੇਸ ਚਾਹੁੰਦਾ ਤਾਂ ਉਹਨੂੰ ਆਪਾਂ ਫੇਸ ਟੂ ਫੇਸ ਵੀ ਪਿੱਛੇ ਬਿਠਾ ਕੇ ਕਰਦੇ ਹਾਂ, ਜੇ ਅਰਜੈਂਟ ਹੋਵੇ ਤਾਂ ਉਹਦੇ ਵਿੱਚ। ਸੋ ਉਹ ਕੰਟੈਕਟੇਬਲ ਹੈਗਾ। ਆਪਾਂ ਕਰੋਨਾ ਨਹੀਂ ਕਰਾਉਣੀ ਆਪਣੇ ਆਪ ਨੂੰ, ਅਤੇ ਉਹਦੇ 'ਚ ਆਹੀ ਹੈ ਜੀ, ਇਸ ਵੇਲੇ ਲੋਕਡਾਊਨ ਚੱਲ ਰਿਹਾ ਵੈਸੇ ਵੀ। ਸੋ ਬਾਕੀ ਤੁਸੀਂ ਫੋਨ 'ਤੇ ਵੀ ਸਲਾਹ ਲੈ ਸਕਦੇ ਆ, ਉਹ ਤੁਸੀਂ ਬੁਕਿੰਗ ਕਰਾ ਸਕਦੇ ਆ, ਅਤੇ ਫੋਨ 'ਤੇ ਵੀ ਸਲਾਹ ਲੈ ਲਓ। ਬੈਸਟ ਤਾਂ ਇਹੀ ਹੋਊਗਾ, ਨਾਲੇ ਤੁਹਾਡਾ ਬਚ ਜੂਗਾ ਤੇਲ ਵਗੈਰਾ, ਨਾਲੇ ਜਰਨੀ ਬਚ ਜਾਊ। ਭਈਆ ਆਪਾਂ ਦਫ਼ਤਰ 'ਚ ਹੀ ਹਾਂ, ਕੰਮ ਕਰ ਰਹੇ, ਕਿਉਂਕਿ ਵਰਕ ਨੀਡਸ ਟੂ ਬੀ ਡਨ। ਜੋ ਹੋਮ ਆਫਿਸ ਨੂੰ ਇਹ ਕੇਅਰ ਨਹੀਂ ਕਿ ਤੁਹਾਡੀ ਡੈਡਲਾਈਨ ਆ ਰਹੀ ਹੈ ਕਿ ਇੱਥੋਂ ਕਰੋਨਾ ਹੋਇਆ ਜਾਂ ਕੀ ਹੋਇਆ। ਸੋ ਆਹ ਚੀਜ਼ਾਂ ਆਪਾਂ ਕਰ ਰਹੇ ਹਾਂ, ਕੋਸ਼ਿਸ਼ ਕਰ ਰਹੇ ਹਾਂ। ਹੋਪਫੁਲੀ ਤੁਹਾਨੂੰ ਸ਼ੋਅ ਵਧੀਆ ਲੱਗਾ ਹੋਊਗਾ, ਇਨਫੋਰਮੇਟਿਵ ਲੱਗਾ। ਪਲੀਜ਼ ਜੋ ਆਪਾਂ ਸ਼ੋਅ 'ਚ ਕਹਿੰਦੇ ਉਹਨੂੰ ਲਿਸਨ ਅਤੇ ਅਮਲ ਕਰਨ ਦੀ ਕੋਸ਼ਿਸ਼ ਕਰੋ ਉਹਨਾਂ 'ਤੇ, ਹੈ ਨਾ। ਮੈਂ ਜੋ ਆਪਣਾ ਟਾਈਮ ਕੱਢ ਕੇ ਆ ਰਿਹਾ ਐਵਰੀ ਵੀਕ ਤੁਹਾਡੇ ਲਈ ਪਿਛਲੇ 14 ਸਾਲ ਲਈ, ਉਹ ਤਾਂ ਹੈ ਕਿ ਤੁਸੀਂ ਉਹਦਾ ਅਮਲ ਕਰੋ, ਤਾਂ ਉਹ ਤੁਹਾਡੇ ਫਾਇਦੇ ਲਈ ਹੋਊਗਾ। ਮੇਰੇ ਫਾਇਦੇ ਲਈ ਇਸ ਵੇਲੇ ਆ ਕਿ ਮੈਂ ਘਰ ਨੂੰ ਜਾਵਾਂ, ਅਤੇ ਮੈਂ ਤੁਹਾਨੂੰ ਮਿਲੂੰਗਾ ਮੰਡੇ ਜਾਂ ਫਰਾਈਡੇ ਨੂੰ। ਮੇਰੇ ਵੱਲੋਂ ਤੁਹਾਨੂੰ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ।